ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ ਤੇ ਅਸੀਂ ਲਗਾਤਾਰ ਤੁਹਾਡੇ ਸਵਾਲਾਂ ਦੇ ਜਵਾਬ ਇਸ ਪ੍ਰੋਗਰਾਮ ਦੇ ਰਾਹੀਂ ਸ਼ੋਅ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਖਾਸ ਤੌਰ ਤੇ ਸਵਾਲ ਬਹੁਤ ਸਾਰੇ ਆਏ ਨੇ ਸਪਾਊਸ ਵੀਜ਼ਾ ਨੂੰ ਲੈ ਕੇ, ਅਲੱਗ-ਅਲੱਗ ਪ੍ਰੋਫਾਈਲਸ ਨੇ, ਅਲੱਗ-ਅਲੱਗ ਚੋਇਸਿਸ ਉੱਪਰ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਿਵੇਂ ਤੁਸੀਂ ਸਪਾਊਸ ਵੀਜ਼ਾ ਵੀ ਨਾਲ ਲਗਵਾ ਸਕਦੇ ਹੋ। ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ ਆਰਐਸ ਗਲੋਬਲ ਇਮੀਗ੍ਰੇਸ਼ਨ ਸੋ ਵੀਜ਼ਾ ਐਕਸਪਰਟ ਮਿਸਟਰ ਸੁਖਚੈਨ ਸਿੰਘ ਰਾਹੀ ਜੀ। ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ। ਪ੍ਰੋਗਰਾਮ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਵੀਜ਼ਾ ਐਕਸਪਰਟ ਨਾਲੋਂ ਜੇ ਮੈਨੂੰ ਕਿਹਾ ਜਾਵੇ ਨਾ ਕਰੀਅਰ ਕਾਉਂਸਲਰ ਐਕਸਪਰਟ ਤੇ ਜ਼ਿਆਦਾ ਵਧੀਆ, ਕਿਉਂਕਿ ਬੇਸਿਕਲੀ ਪਿਛਲੇ 5-10 ਸਾਲ ਤੋਂ ਪਰਿਭਾਸ਼ਾ ਬਦਲ ਚੁੱਕੀ ਹੈ। ਬਿਲਕੁਲ ਵੀਜ਼ਾ ਐਕਸਪਰਟ ਕੋਈ ਨਹੀਂਗਾ, ਵੀਜ਼ਾ ਤਾਂ ਐਮਬੈਸੀ ਲਾਉਂਦੀ, ਵੀਜ਼ਾ ਐਕਸਪਰਟ ਤਾਂ ਵੀਜ਼ਾ ਕਾਉਂਸਲਰ ਵੀਜ਼ਾ ਆਫੀਸਰਸ ਹੁੰਦੇ ਨੇ। ਸੋ ਜਿਹੜਾ ਇੱਕ ਕਰੀਅਰ ਕਾਉਂਸਲਰ ਬੈਠਾ ਜਿਹਨੂੰ ਆਪਾਂ ਟਰੈਵਲ ਏਜੰਟ ਕਹਿ ਦਈਏ ਜਾਂ ਇਹ ਕਹਿ ਦਈਏ, ਉਹ ਵੀਜ਼ੇ ਦੇ ਕਾਰੋਬਾਰ ਨਹੀਂ ਕਰਦੇ, ਸਲਾਹ ਦਾ ਕਾਰੋਬਾਰ ਕਰਦੇ। ਸੋ ਅੱਜ ਵੀ ਅਗਲੇ 25-26 ਮਿੰਟ ਤੁਹਾਨੂੰ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ, ਕਿਉਂਕਿ ਇੱਕ ਚੰਗੇ ਕੰਸਲਟੈਂਟ ਵੱਲੋਂ ਦਿੱਤੀ ਹੋਈ ਸਲਾਹ ਤੇ ਤੁਹਾਡੀ ਪ੍ਰੋਫਾਈਲ, ਇਹ ਦੋਵਾਂ ਦੇ ਜਿਹੜੇ ਜੋੜ ਦੇ ਨਾਲ ਤੁਹਾਡੀ ਫਾਈਲ ਵੀਜ਼ੇ ਤੱਕ ਪਹੁੰਚਦੀ ਹੈ। ਤੇਰੇ ਜੋੜ ਗਲਤ ਬੈਠ ਜੇ ਤੇ ਫਿਰ ਰਿਜੈਕਸ਼ਨ ਤੱਕ ਪਹੁੰਚਦੀ ਹੈ। ਸੋ ਅੱਜ ਵੀ ਇਸ ਅਗਲੇ 25-26 ਮਿੰਟ ਮੇਨ ਸਪਾਊਸ ਦੀ ਗੱਲ ਕੀਤੀ ਜਾਏਗੀ, ਕਿਹੜੀ ਕੰਟਰੀ 'ਚ ਸਟੂਡੈਂਟ ਆਪਦੇ ਸਪਾਊਸ ਆਪਦੇ ਬੱਚੇ ਨੂੰ ਨਾਲ ਲੈ ਕੇ ਜਾ ਸਕਦਾ। ਯੂਕੇ ਬਾਰੇ ਗੱਲ ਕੀਤੀ ਜਾਏਗੀ, ਕਿਉਂਕਿ ਕਾਫੀ ਬੱਚੇ ਕਨਫਿਊਜ਼ ਨੇ, ਮੈਂ ਵਿਦਆਊਟ ਆਇਲਸ ਅਪਲਾਈ ਕਰ ਸਕਦਾ ਕਿ ਨਹੀਂ। ਕਾਫੀ ਵਾਰ ਹਰ ਇੱਕ ਵੀਡੀਓ 'ਚ ਦੱਸਣ ਦੀ ਕੋਸ਼ਿਸ਼ ਕੀਤੀ ਨਹੀਂ, ਬਟ ਅੱਜ ਵੀ ਕੁਝ ਮਿੰਟ ਵਿਦਆਊਟ ਆਇਲਸ ਕਿਹੜਾ ਬੱਚਾ ਅਪਲਾਈ ਕਰ ਸਕਦਾ ਉਹਦੇ ਬਾਰੇ ਗੱਲ ਕੀਤੀ ਜਾਏਗੀ। ਨਾਲ ਦੀ ਨਾਲ ਗੱਲ ਕੀਤੀ ਜਾਏਗੀ ਆਸਟ੍ਰੇਲੀਆ ਅਪਡੇਟਸ ਬਾਰੇ ਔਰ ਕੈਨੇਡਾ ਦੇ ਟ੍ਰੈਂਡਿੰਗਸ ਬਾਰੇ ਕਿ ਕਿਹੜੇ ਰਿਜ਼ਲਟ ਇਸ ਟਾਈਮ ਮਈ ਇੰਟੇਕ ਦੇ ਆ ਰਹੇ ਆ, ਸਪਟੰਬਰ 'ਚ ਕਦੋਂ ਅਪਲਾਈ ਕਰਨਾ ਚਾਹੀਦਾ। ਸੋ ਜੁੜੇ ਰਹੋ ਅਗਲੇ ਸ਼ੋਅ ਦੇ ਵਿੱਚ, ਔਰ ਚੰਗਾ ਲੱਗੇ ਸ਼ੋਅ ਤੇ ਜੇ ਸਾਡਾ YouTube ਤੇ ਜਾਂ Facebook ਤੇ ਵੇਖ ਰਹੇ ਹੋ ਤਾਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜੀ ਤੇ ਸਭ ਤੋਂ ਪਹਿਲਾਂ ਮੈਂ ਇੱਕ ਕਾਲ ਜ਼ਰੂਰ ਲੈ ਲਈਏ ਕਿਉਂਕਿ ਲਗਾਤਾਰ ਕਾਲਸ ਵੀ ਸ਼ੁਰੂ ਹੋ ਚੁੱਕੀਆਂ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਡਮ ਮੈਂ ਕੁਰਸ਼ੇਤਰਾ ਤੋਂ ਗੱਲ ਕਰ ਰਹੀ ਹਾਂ। ਹਾਂਜੀ, ਕੀ ਸਵਾਲ ਹੈ? ਹਾਂਜੀ ਮੈਮ, ਮੈਂ ਪੁੱਛਣਾ ਚਾਹੁੰਦੀ ਸੀਗੀ, ਮੈਂ 2015 ਦੇ ਵਿੱਚ ਆਪਣੀ BSc IT ਪਾਸ ਕੀਤੀ ਹੈ। ਓਕੇ ਜੀ, ਆਫਟਰ ਦੈਟ ਮੈਂ ਜੌਬ ਕਰ ਰਹੀ ਹਾਂ। ਓਕੇ, ਮੈਂ ਡੈਨਮਾਰਕ ਦੇ ਲਈ ਵਿਦ ਆਪਣਾ ਸਪਾਊਸ ਦੇ ਨਾਲ ਜਾਣਾ ਚਾਹੁੰਦੀ ਹਾਂ। ਇਜ਼ ਇਟ ਪੋਸੀਬਲ? ਤੁਸੀਂ ਦੱਸੋ ਜੀ, BSc IT ਤੋਂ ਬਾਅਦ ਤੁਹਾਡਾ ਕੋਈ ਆਇਲਸ ਕੀਤਾ? ਤੁਸੀਂ ਆਇਲਸ ਤੋਂ ਸਕੋਰ ਹੈਗੇ ਨੇ ਤੁਹਾਡੇ? ਨਹੀਂ ਸਰ, ਆਇਲਸ ਨਹੀਂ ਕੀਤੀ। ਅਗਰ ਤੁਸੀਂ ਰეკਮੈਂਡ ਕਰੋਗੇ ਤਾਂ ਮੈਂ ਫਿਰ ਕਰ ਲਾਂਗੀ। ਦੇਖੋ, ਅਗਰ ਡੈਨਮਾਰਕ ਜਾਣਾ ਤਾਂ ਆਇਲਸ ਤੋਂ ਘੱਟੋ ਘੱਟ 6 ਬੈਂਡ ਓਵਰਆਲ ਨੋਟ ਲੈਸ ਦੈਨ 5.5 ਮੈਂਡੇਟਰੀ ਨੇ। BSc IT ਕਰਕੇ ਮੁੜ ਕੇ ਜੌਬ ਕੀਤੀ ਕਿ ਅੱਗੇ ਮਾਸਟਰਸ ਵੀ ਕੀਤੀ ਹੈ? ਨਹੀਂ ਸਰ, ਮਾਸਟਰਸ ਤਾਂ ਨਹੀਂ ਕੀਤੀ। ਜੌਬ ਜਸਟੀਫਿਕੇਸ਼ਨ ਮੇਰੇ ਕੋਲ ਹੈਗੀ ਹੈ ਟਿਲ ਡੇਟ ਦੀ। ਮੈਂ ਰੀਸੈਂਟਲੀ ਵੀ ਕਰ ਰਹੀ ਹਾਂ। ਡੈਨਮਾਰਕ 'ਚ ਸਾਡੇ ਕੋਲ ਇਸ ਟਾਈਮ ਅਗਸਤ ਸਪਟੰਬਰ ਦਾ ਇਨਟੇਕ ਹੈ, ਜੋ ਕਿ 31 ਮਾਰਚ ਨੂੰ ਕਲੋਜ਼ ਹੋ ਜਾਣਾ। ਉਸ ਤੋਂ ਪਹਿਲਾਂ ਆਇਲਸ ਦਾ 6 ਬੈਂਡ ਓਵਰਆਲ 5.5 ਵੀ ਚਾਹੀਦੇ ਨੇ। ਅਗਰ 31 ਮਾਰਚ ਤੱਕ ਨਹੀਂ ਲੈ ਪਾਓਗੇ, ਨੈਕਸਟ ਜਨਵਰੀ 2022 ਇਨਟੇਕ ਮਿਲੇਗਾ। ਬਟ ਨਾਲ ਇਹ ਵੀ ਦੱਸਦਾ, ਜੇ ਤੁਸੀਂ ਹਾਂਜੀ ਬਿਲਕੁਲ PT ਵੀ ਐਕਸੈਪਟੇਬਲ ਆ ਜੀ। 52 ਨੰਬਰ ਨੋਟ ਲੈਸ ਦੈਨ 47 ਤੁਸੀਂ PT ਵੀ ਕਰ ਸਕਦੇ ਹੋ। ਪਰ ਇੰਨਾ ਦੱਸਦੇ ਆ, ਜੇ ਤੁਸੀਂ ਡੈਨਮਾਰਕ ਤੋਂ ਇਲਾਵਾ ਸਪਾਊਸ ਦੇ ਨਾਲ ਜਾਣ ਦੀ ਗੱਲ ਕੀਤੀ ਹੈ ਤਾਂ ਵਿਦਆਊਟ ਆਇਲਸ UK ਵੀ ਵੀਜ਼ਾ ਦਿੰਦਾ। ਅਗਰ ਤੁਹਾਡੇ 12ਵੀਂ ਚੋਂ ਇੰਗਲਿਸ਼ ਚੋਂ 70% ਨੰਬਰ ਹੈ, ਤੁਸੀਂ ਆਪਦੇ ਸਪਾਊਸ ਦੇ ਨਾਲ UK ਵੀ ਮਈ ਇਨਟੇਕ 'ਚ ਪੜ੍ਹਨ ਜਾ ਸਕਦੇ ਹੋ। ਜੀ ਠੀਕ ਹੈ, ਧੰਨਵਾਦ ਜੀ ਸ਼ੋਅ ਵਿੱਚ ਕਾਲ ਕਰਨ ਲਈ। ਬਿਲਕੁਲ, ਤੇ ਆਪਾਂ ਸੋ ਨਾਲ ਸਪਾਊਸ ਦੀ ਗੱਲ ਸ਼ੁਰੂ ਹੋਈ, ਚਲੋ ਕਾਲ ਵੀ ਸਪਾਊਸ ਦੀ ਆ ਗਈ। ਦੱਸ ਦਈਏ ਮੇਜਰਲੀ ਸਾਡੀ ਨਾ ਵੀਡੀਓ ਪਿਛਲੇ 2-4 ਦਿਨਾਂ 'ਚ YouTube ਤੇ ਕਾਫੀ ਲੋਕ ਪਸੰਦ ਕਰ ਰਹੇ ਨੇ, ਕਾਫੀ ਸੈਂਕੜੇ ਗਿਣਤੀ 'ਚ ਉਹਦੇ ਵਿਊਜ਼ ਔਰ ਕਮੈਂਟਸ ਲੋਕ ਕਰ ਰਹੇ ਆ। ਮੇਜਰ ਸਪਾਊਸ ਕੇਸ ਲਈ ਮੈਂ 2 ਮਿੰਟ ਕਾਲਸ ਰੋਕ ਕੇ ਲਵਾਂਗਾ। 70509 70509 ਨੰਬਰ ਤੁਸੀਂ ਸੇਵ ਕਰ ਲਿਓ। ਜੇ ਨਹੀਂ ਵੀ ਲਾਈਵ ਕਾਲ 'ਚ ਗੱਲ ਹੁੰਦੀ ਬਾਅਦ 'ਚ ਵੀ ਕਰ ਸਕਦੇ ਹੋ, ਬਟ ਪਹਿਲਾਂ ਮੁੱਦਾ ਸਮਝ ਲਓ ਹੈ ਕੀ ਹੈ। ਜਦੋਂ ਵੀ ਸਟੂਡੈਂਟ ਨੇ ਆਪਦੇ ਸਪਾਊਸ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਤਾਂ ਮੇਜਰ 4 ਕੰਟਰੀਜ਼ ਹੈ। UK ਬਾਰੇ, ਆਸਟ੍ਰੇਲੀਆ ਬਾਰੇ ਸਾਰਿਆਂ ਨੂੰ ਪਤਾ, ਪੰਜਾਬ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਜੇ ਮਾਸਟਰ ਕਰਨ ਚੱਲੇ ਹੋ, ਆਸਟ੍ਰੇਲੀਆ 6.5 ਬੈਂਡ 6 ਇੰਚ ਦੇ ਨਾਲ ਸਟੂਡੈਂਟ ਦੇ ਨਾਲ ਸਪਾਊਸ ਤੇ ਬੱਚੇ ਜਾ ਸਕਦੇ ਆ। UK ਜਾਣਾ, ਇੰਗਲਿਸ਼ 'ਚੋਂ ਅਗਰ 70% ਨੰਬਰ ਆ, 12ਵੀਂ 'ਚੋਂ ਤੇ ਆਇਲਸ ਦੀ ਲੋੜ ਨਹੀਂ, ਤੁਸੀਂ ਵਿਦਆਊਟ ਆਇਲਸ ਮਾਸਟਰ ਕੋਰਸ ਕਰਨ ਜਾ ਸਕਦੇ ਹੋ। ਗ੍ਰੈਜੂਏਸ਼ਨ ਡਿਗਰੀ ਤੋਂ ਬਾਅਦ ਸਪਾਊਸ ਤੇ ਬੱਚੇ ਨਾਲ ਜਾ ਸਕਦੇ ਨੇ। ਬਟ ਮੇਜਰਲੀ ਜਿਹੜੀ 2 ਕੰਟਰੀ ਜਿਨ੍ਹਾਂ ਬਾਰੇ ਪੰਜਾਬ 'ਚ ਕਦੇ ਕਿਸੇ ਕੰਸਲਟੈਂਟ ਨੇ ਗੱਲ ਨਹੀਂ ਕੀਤੀ, ਔਰ ਪਿਛਲੇ 4 ਸਾਲ ਤੋਂ ਅਸੀਂ ਹੁਣ ਤੱਕ 100% ਸਕਸੈਸ ਰੇਟ ਆ ਹਰਜੋਤ ਜੀ। ਨੋਟ ਅ ਸਿੰਗਲ ਵੀਜ਼ਾ ਹੈਜ਼ ਬੀਨ ਰਿਫਿਊਜ਼ਡ। 2 ਮੇਜਰ ਸ਼ੈਨਗਨ ਕੰਟਰੀਜ਼, ਇੱਕ ਹੈ ਡੈਨਮਾਰਕ, ਦੂਜਾ ਹੈ ਸਵੀਡਨ। ਇਹ ਉਹ ਕੰਟਰੀਜ਼ ਨੇ। ਪਹਿਲਾਂ ਮੈਂ ਡੈਨਮਾਰਕ ਦੀ ਗੱਲ ਕਰਨਾ, ਕਿਉਂਕਿ ਪੂਰੀ ਦੁਨੀਆ 'ਚ ਇਕਲੌਤਾ ਡੈਨਮਾਰਕ ਇਹੋ ਜਿਹਾ ਕੰਟਰੀ ਹੈ ਸ਼ੈਨਗਨ ਦਾ, ਜਿਹਦੇ ਵਿੱਚ ਇੱਕ 12ਵੀਂ ਪਾਸ ਸਟੂਡੈਂਟ ਵੀ ਸਪਾਊਸ ਨਾਲ ਲੈ ਕੇ ਜਾ ਸਕਦਾ ਵਰਕ ਪਰਮਿਟ ਤੇ। ਪੰਜਾਬ ਦੀ ਤਰਾਸਦੀ ਹੈ, ਇੱਥੇ ਅਸੀਂ UK ਜਾਂ ਆਸਟ੍ਰੇਲੀਆ ਜਾਂ ਕੈਨੇਡਾ ਵਿੱਚ ਵੀ 12ਵੀਂ ਤੋਂ ਬਾਅਦ ਜੋ ਸਟੂਡੈਂਟ ਪੜ੍ਹਨ ਜਾਂਦਾ ਹੈ तो ਉਹਦੇ ਸਪਾਊਸ ਨੂੰ ਵਿਜ਼ਟਰ ਵੀਜ਼ੇ ਦਾ ਅਪਲਾਈ ਕਰਾ ਕੇ ਡਿਪੈਂਡੈਂਟ ਕਹਿਤਾ ਜਾਂਦਾ ਜਾਂ ਸਪਾਊਸ ਵੀਜ਼ਾ कहते ਜਾਂਦਾ। ਐਕਚੁਅਲ ਤੌਰ ਤੇ ਉਹ ਸਪਾਊਸ ਵੀਜ਼ਾ ਨਹੀਂ ਹੈ। ਸਪਾਊਸ ਵੀਜ਼ਾ ਉਦੋਂ ਕਹਿ ਸਕਦੇ ਆ ਜਦੋਂ ਉਹਦੇ ਸਪਾਊਸ ਨੂੰ ਫੁੱਲ ਟਾਈਮ ਕੰਮ ਕਰਨ ਦੇ ਅਧਿਕਾਰ ਹੋਣ, ਉਹ ਜਾ ਕੇ ਵਾਹ ਕ੍ਰੈਡਿਟਸ ਉਹਨੂੰ ਮਿਲਣ। ਸੋ ਡੈਨਮਾਰਕ 'ਚ ਅਗਰ ਕੁੜੀ ਪੜ੍ਹਨ ਜਾ ਰਹੀ ਹੈ ਜਾਂ ਮੁੰਡਾ ਪੜ੍ਹਨ ਜਾ ਰਿਹਾ ਜਿਹੜਾ ਕੇਵਲ 12ਵੀਂ ਪਾਸ ਹੈ, 2 ਸਾਲ ਦਾ ਗੈਪ ਵੀ ਐਕਸੈਪਟੇਬਲ ਹੈ ਜਸਟੀਫਿਕੇਸ਼ਨ ਨਾਲ, ਜਿਹੜੇ ਕਿ 2018 19 20 21 'ਚ +2 ਕੀਤੀ ਹੈ,
6 ਬੈਂਡ ਤੁਹਾਡੇ ਓਵਰਆਲ ਨੇ 5.5 ਵਿੱਚ ਜਾਂ ਪੀਟੀ ਚੋਂ 6 ਬੈਂਡ ਦੇ ਬਰਾਬਰ 52 ਸਕੋਰ ਆ ਤੁਹਾਡੇ, ਤੁਸੀਂ ਡੈਨਮਾਰਕ ਪੜ੍ਹਨ ਜਾ ਸਕਦੇ ਹੋ। ਅਗਸਤ ਸਤੰਬਰ ਦਾ ਇਨਟੇਕ ਹੈ ਔਰ ਸਪਾਊਸ ਨੂੰ ਇੱਥੋਂ ਨਾਲ ਵਰਕ ਰਾਈਟਸ ਫੁੱਲ ਡੇ ਮਿਲਦੇ, ਬੱਚਾ ਆਪਣੇ ਸਪਾਊਸ ਨੂੰ ਆਪਦੇ ਬੱਚੇ ਨੂੰ ਨਾਲ ਲੈ ਕੇ ਜਾ ਸਕਦਾ। ਗ੍ਰੈਜੂਏਸ਼ਨ ਵਾਲਾ ਤਾਂ ਸਪਾਊਸ ਖੜਦਾ ਹੀ ਹੈ, ਬਟ 12ਵੀਂ ਵਾਲਾ ਵੀ ਸਪਾਊਸ ਨਾਲ ਲੈ ਕੇ ਜਾ ਸਕਦਾ। ਉਹਦੇ 'ਚ 100% ਦੀ ਵੀਜ਼ਾ, ਬਟ ਮੁਸ਼ਕਿਲ ਕੀ ਆ, ਕਾਲਜਸ ਵਿੱਚ ਡਿਪਲੋਮਾਸ ਵਿੱਚ ਵੀਜ਼ਾ ਨਹੀਂ ਆਉਣਾ, ਕੇਵਲ ਯੂਨੀਵਰਸਿਟੀ 'ਚ ਵੀਜ਼ਾ ਆਉਣਾ। ਔਰ ਯੂਨੀਵਰਸਿਟੀ ਸਾਲ ਦੇ ਸਿਰਫ 2 ਇਨਟੇਕ ਹੈ, ਇੱਕ ਜਨਵਰੀ ਇੱਕ ਸਤੰਬਰ। ਇਹ ਨਿਗਾ ਕਿ ਅਸੀਂ ਜਦੋਂ ਮਰਜ਼ੀ ਮੂੰਹ ਚੱਕ ਕੇ ਅਪਲਾਈ ਕਰ ਲਾਂਗੇ ਵੀਜ਼ਾ ਆ ਜਾਏਗਾ। ਘੱਟੋ ਘੱਟ ਇੱਕ ਸਾਲ ਤੱਕ ਵੇਟ ਕਰਨੀ ਪੈਂਦੀ ਹੈ। ਹੁਣ ਅੱਜ ਤੁਸੀਂ 31 ਮਾਰਚ ਤੱਕ ਅਗਰ ਐਪਲੀਕੇਸ਼ਨ ਦਰਜ ਨਹੀਂ ਕਰਦੇ ਤਾਂ ਸਤੰਬਰ ਇਨਟੇਕ ਖੁੱਸ ਜਾਏਗਾ, ਜਨਵਰੀ 2023 ਦਾ ਇਨਟੇਕ ਮਿਲੇਗਾ। ਸੋ ਜਿਹੜੇ ਵੀ ਵਿਊਅਰਸ ਵੀਡੀਓ ਦੇਖ ਰਹੇ ਆ, ਚੈਨਲ ਤੇ ਵੇਖ ਰਹੇ ਜਾਂ ਸਾਡੇ YouTube Facebook ਤੇ ਵੇਖ ਰਹੇ ਆ, 31 ਮਾਰਚ ਤੋਂ ਪਹਿਲਾਂ ਆਪਣੇ 10ਵੀਂ 12ਵੀਂ ਪਾਸਪੋਰਟ ਆਇਲਟਸ ਸਰਟੀਫਿਕੇਟ ਅਗਰ ਸਬਮਿਟ ਕਰ ਦਿੰਦੇ ਹੋ, ਤੁਹਾਡੀ ਐਪਲੀਕੇਸ਼ਨ ਪੰਚ ਹੋ ਜਾਏਗੀ ਫॉर ਦਾ ਅਗਸਤ ਸਤੰਬਰ ਇਨਟੇਕ। ਤਕਰੀਬਨ 3 ਤੋਂ 4 ਮਹੀਨੇ ਵੀਜ਼ੇ ਦਾ ਪ੍ਰੋਸੈਸ ਹੈ। ਹਸਬੈਂਡ ਨਾਲ ਜਾਏਗਾ, ਫੁੱਲ ਟਾਈਮ ਵਰਕ ਪਰਮਿਟ ਮਿਲੇਗਾ। ਸਟੂਡੈਂਟ ਨੂੰ ਕੋਈ ਫੰਡ ਸ਼ੋਅ ਕਰਨ ਦੀ ਲੋੜ ਨਹੀਂ। ਜੀ ਔਰ ਕਿਸੇ ਵੀ ਕੰਟਰੀ 'ਚ ਇਦਾਂ ਨਹੀਂ ਹੈ ਕਿ ਸਟੂਡੈਂਟ ਨੂੰ ਫੰਡ ਨਾ ਦਿਖਾਉਣੇ ਪੈਣ। ਡੈਨਮਾਰਕ ਦੇ ਵਿੱਚ ਸਟੂਡੈਂਟ ਨੂੰ ਕੋਈ ਪੈਸਾ ਦਿਖਾਉਣ ਦੀ ਲੋੜ ਨਹੀਂ, ਸਿਰਫ ਆਪਦੀ 60% 70% ਯੂਨੀਵਰਸਿਟੀ ਦੀ ਜੋ 6 ਤੋਂ 8 ਲੱਖ ਫੀਸ ਬਣਦੀ ਉਹ ਭਰ ਕੇ ਵੀਜ਼ਾ ਲੈ ਕੇ ਜਾ ਸਕਦਾ ਹੈ। ਔਰ ਇਹਦੇ 'ਚ ਸਾਡੀ ਇਮੀਗ੍ਰੇਸ਼ਨ ਲਾਇਰ ਦੀ ਟੀਮ ਤੁਹਾਡੀ ਮਦਦ ਕਰਦੀ ਹੈ ਤੁਹਾਨੂੰ 100% ਦੀ ਵੀਜ਼ਾ ਦਿਵਾਉਣ 'ਚ। ਸੋ 12ਵੀਂ ਪਾਸ ਜਾਂ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ ਡੈਨਮਾਰਕ ਪੜ੍ਹਨ ਜਾ ਸਕਦੇ ਹੋ। ਦੂਜਾ ਸਵੀਡਨ, ਜੀ ਸਟੂਡੈਂਟ ਜਿਹੜੇ ਇੰਡੀਆ 'ਚ ਬੀਟੈਕ, ਕਿਉਂਕਿ ਬੜੀ ਵੱਡੀ ਗਿਣਤੀ ਪਿਛਲੇ 5-7 ਸਾਲਾਂ 10 ਸਾਲ ਚ ਵਿੱਚ ਬੀਟੈਕ ਵਾਲੀ ਬੜੀ ਵੱਡੀ ਲੌਬੀ ਹੈ ਪੰਜਾਬ 'ਚ। ਤੁਸੀਂ ਬੀਟੈਕ ਕੀਤੀ ਹੈ, 4 ਸਾਲ ਦੀ ਕੋਈ ਟੈਕਨੀਕਲ ਡਿਗਰੀ ਕੀਤੀ ਹੈ, ਬੀ ਫਾਰਮੇਸੀ ਕੀਤੀ ਹੈ ਜਾਂ ਆਈਟੀ ਦੀ ਪੜ੍ਹਾਈ ਕਰਕੇ ਮਾਸਟਰਸ ਕੀਤੀ, ਫॉर ਐਗਜ਼ਾਮਪਲ BSc IT ਤੇ MSc IT ਜਾਂ BCA ਬਾਅਦ 'ਚ MCA ਕੀਤੀ ਹੈ, ਉਹ ਸਟੂਡੈਂਟ ਨੂੰ ਵੀ ਆਇਲਟਸ ਕਰਨ ਦੀ ਲੋੜ ਨਹੀਂ। ਇਸ ਤੋਂ ਛੁੱਟ ਜੇ ਕੋਈ BCom BBA BA ਵਾਲਾ ਸਟੂਡੈਂਟ ਹੈ, ਗ੍ਰੈਜੂਏਸ਼ਨ ਵਾਲਾ, ਆਇਲਟਸ 6.5 ਬੈਂਡ ਦੇ ਨਾਲ ਸਵੀਡਨ ਜਾ ਸਕਦਾ। ਸਪਾਊਸ ਬੱਚੇ ਨਾਲ ਜਾ ਸਕਦੇ ਨੇ। ਇਹਦੇ 'ਚ ਇੱਥੋਂ ਇੰਡੀਆ ਤੋਂ ਹੀ TRC ਕਾਰਡ ਪਿੰਕ ਕਲਰ ਦਾ ਬਣ ਕੇ ਬੱਚੇ ਕੋਲ ਜਾਂਦਾ। ਬੱਚੇ ਨੂੰ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਅਗੇਨ ਇਹਦੇ ਵਿੱਚ ਵੀ ਹਰਜੋਤ ਜੀ 100% ਵੀਜ਼ਾ। ਮੈਂ 100% ਵੀਜ਼ੇ ਦੀ ਕਦੀ ਕਮਿਟਮੈਂਟ ਜਾਂ ਗੱਲ ਕਿਸੇ ਮੰਚ ਤੇ ਕਿਸੇ ਕੰਟਰੀ ਦੀ ਨਹੀਂ ਕੀਤੀ, ਬਟ ਡੈਨਮਾਰਕ ਸਵੀਡਨ ਇਹ ਦੋ ਉਹ ਮੁਲਕ ਨੇ ਜਿੱਥੇ RS ਗਲੋਬਲ ਦਾ ਹੁਣ ਤੱਕ 100% ਸਕਸੈਸ ਰੇਟ ਆ। ਦੂਜੀ ਗੱਲ ਕੰਪੀਟੀਸ਼ਨ ਘੱਟ ਆ। ਦੂਜਾ ਫਾਇਦਾ ਇਹ ਵੀ ਕਹਿ ਸਕਦਾ ਕਿ ਬਹੁਤੇ ਕੰਸਲਟੈਂਟ ਪੰਜਾਬ 'ਚ ਇਹਨੂੰ ਪ੍ਰਮੋਟ ਨਹੀਂ ਕਰਦੇ ਕਿਉਂਕਿ ਥੋੜਾ ਟੈਕਨੀਕਲ ਆ। ਦੂਜਾ ਹਰ ਇੱਕ ਕੰਸਲਟੈਂਟ ਕੋਲ ਉੱਥੋਂ ਦੀਆਂ ਅਪਲਾਈਡ ਸਾਇੰਸ ਦੀਆਂ ਪਬਲਿਕ ਯੂਨੀਵਰਸਿਟੀਜ਼ ਹੈ ਨਹੀਂ। ਤਾਂ ਅਸੀਂ ਤਕਰੀਬਨ ਪਿਛਲੇ 4-5 ਸਾਲ ਤੋਂ ਪ੍ਰਮੋਟ ਕਰ ਰਹੇ ਹਾਂ। ਮੈਂ ਨਹੀਂ ਕਹਿੰਦਾ ਕਿ ਸਾਲ ਦਾ 1000 ਬੱਚਾ ਭੇਜਦੇ ਨੇ, ਬਟ ਤਕਰੀਬਨ 100-125 ਐਪਲੀਕੇਸ਼ਨ ਸਾਲ ਦੀ ਲੱਗਦੀ ਹੈ, ਜਿਸ 'ਚੋਂ ਕੋਈ ਵੀਜ਼ਾ ਰਿਫਿਊਜ਼ ਅੱਜ ਤੱਕ ਹੋਇਆ ਹੀ ਨਹੀਂ। ਸੋ 31 ਮਾਰਚ ਇਜ਼ ਦਾ ਡੈਡਲਾਈਨ। ਅਗਰ ਡੈਨਮਾਰਕ ਔਰ ਸਵੀਡਨ 'ਚ ਯੂਰਪ ਦੇ ਵਿੱਚ ਸ਼ੈਨਿੰਗਨ 'ਚ ਆਪਦੇ ਪਰਿਵਾਰ ਆਪਦੇ ਬੱਚਿਆਂ ਦੇ ਨਾਲ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਦਿਸ ਇਜ਼ ਰਾਈਟ ਟਾਈਮ ਟੂ ਅਪਲਾਈ। ਡੋਂਟ ਡਿਲੇ। ਨੰਬਰ ਸਕਰੀਨ ਤੇ ਚੱਲ ਰਿਹਾ, ਫੋਨ ਕਰਕੇ ਮੇਰੇ ਨਾਲ ਮੇਰੀ ਟੀਮ ਨਾਲ ਆ ਕੇ ਮਿਲ ਕੇ ਜਲੰਧਰ, ਮੋਹਾਲੀ, ਅੰਮ੍ਰਿਤਸਰ ਵਿੱਚ ਸਪਾਊਸ ਦੇ ਨਾਲ ਐਪਲੀਕੇਸ਼ਨ ਦਰਜ ਕੀਤੀ ਜਾ ਸਕਦੀ ਹੈ। ਜੀ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਗੁੱਡ ਈਵਨਿੰਗ। ਮੈਂ ਨੇਹਾ ਗੱਲ ਕਰ ਰਹੀ ਹਾਂ ਮੋਗੇ ਤੋਂ। ਹਾਂਜੀ, ਕੀ ਸਵਾਲ ਹੈ? ਮੈਂ ਨਾ ਮੈਮ ਇੱਕ ਪੋਸਟ ਵੇਖੀ ਸੀ ਕਿ ਆਪਾਂ ਦੁਬਈ ਤੋਂ ਕੈਨੇਡਾ ਕਿੱਦਾਂ ਜਾ ਸਕਦੇ ਹਾਂ। ਓਕੇ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਨੇਹਾ? ਸਰ ਮੈਂ 2017 ਦੇ ਵਿੱਚ +2 ਕੀਤੀ ਹੈ ਓਕੇ, ਆਰਟਸ ਦੇ ਨਾਲ। ਉਸ ਤੋਂ ਬਾਅਦ ਕੀ ਕੀਤਾ ਜੀ? ਸਰ ਉਸ ਤੋਂ ਬਾਅਦ ਮੈਂ ਫ੍ਰੀ ਸੀ। ਓਕੇ, ਤੁਸੀਂ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮੈਂ ਵੈਸੇ ਦੱਸ ਦਿਆਂ, ਤੁਸੀਂ ਹੁਣ ਆਪਣੇ ਜਵਾਬ ਸਕਰੀਨ ਤੇ ਸੁਣ ਲਓ ਜੀ। ਦੁਬਈ ਬਾਰੇ ਮੈਂ ਪ੍ਰਮੋਸ਼ਨ ਪਿਛਲੇ ਲਗਭਗ 1.5 ਸਾਲ ਤੋਂ ਨਹੀਂ ਕੀਤੀ ਬਿਕੋਜ਼ ਕੋਵਿਡ ਕਰਕੇ ਬੱਚੇ ਨਹੀਂ ਭੇਜ ਪਾਏ, ਬਟ ਹੁਣ ਫਿਰ ਅਪ੍ਰੈਲ ਔਰ ਮਈ ਇਨਟੇਕ ਸ਼ੁਰੂ ਹੋ ਚੁੱਕਿਆ ਜੀ। ਦੁਬਈ RS ਗਲੋਬਲ ਇਮੀਗ੍ਰੇਸ਼ਨ ਦਾ ਇੱਕ ਇਲੌਤਾ ਇਹੋ ਜਿਹਾ ਪ੍ਰੋਡਕਟ ਆ ਜਿਹੜਾ ਅਸੀਂ ਬੱਚਿਆਂ ਵਾਂਗੂ ਪਾਲਿਆ। ਜਿਵੇਂ ਇੱਕ ਮਾਂ ਪਿਓ ਆਪਣੇ ਬੱਚੇ ਨੂੰ ਪਾਲਦਾ, 2014 ਤੋਂ ਇਸ ਪ੍ਰੋਡਕਟ ਨੂੰ ਅਸੀਂ ਪਾਲਿਆ, ਹੱਥੀਂ ਆਪ ਪੂਰਾ ਡਿਵੈਲਪ ਕੀਤਾ। ਮੇਰੀ R&D ਟੀਮ ਨੇ ਘੱਟੋ ਘੱਟ 2 ਸਾਲ ਦੀ ਐਫਰਟਸ ਮਿਹਨਤ ਕੀਤੀ ਜੀ। 2014 ਚ ਅਸੀਂ ਦੁਬਈ ਬੱਚੇ ਭੇਜਣੇ ਸ਼ੁਰੂ ਕੀਤੇ ਔਰ ਘੱਟੋ ਘੱਟ ਸਾਲ 1.5 ਸਾਲ ਬੱਚਿਆਂ ਨੂੰ ਸਮਝਾਉਣ ਚ ਲੱਗ ਗਿਆ ਸੀ ਕਿ ਦੁਬਈ ਬੱਚਾ ਇਕੱਲਾ ਲੇਬਰ ਕਰਨ ਨਹੀਂ ਜਾਂਦਾ, ਉੱਥੇ ਚੰਗੀ ਕੁਆਲਿਟੀ ਐਜੂਕੇਸ਼ਨ, ਟੈਕਨੀਕਲ ਐਜੂਕੇਸ਼ਨ ਲੈਣ ਵੀ ਜਾਂਦਾ। ਸੋ ਦੁਬਈ ਜਾਣਿਆ ਜਾਂਦਾ ਹੌਸਪਿਟੈਲਿਟੀ ਇੰਡਸਟਰੀ ਦੇ ਲਈ, ਹੋਟਲ ਇੰਡਸਟਰੀ ਦੇ ਲਈ, ਟੂਰਿਜ਼ਮ ਇੰਡਸਟਰੀ ਦੇ ਲਈ। ਸੋ RS ਗਲੋਬਲ ਦੁਬਈ ਦੇ ਵਿੱਚ ਬੱਚੇ ਪੜ੍ਹਨ ਭੇਜਦਾ। ਕਮਰਸ਼ੀਅਲ ਕੁਕਰੀ ਦਾ ਕੋਰਸ ਜਿਹਨੂੰ ਆਪਾਂ ਇੰਟਰਨੈਸ਼ਨਲ ਸ਼ੈਫ ਟ੍ਰੇਨਿੰਗ ਪ੍ਰੋਗਰਾਮ ਕਹਿੰਦੇ, ਜਾਣੀ ਕਿ ਕਿਚਨ ਦਾ ਕੰਮ ਸਿੱਖਣ ਬੱਚਾ ਜਾਂਦਾ, ਇੱਕ ਪਰਫੈਕਟ ਇੱਕ ਇੰਡਸਟਰੀ ਦਾ ਸ਼ੈਫ ਬਣਨ ਲਈ ਜਾਂਦਾ। 3 ਮੰਥਸ ਦੀ ਬੱਚੇ ਦੀ ਸਟੱਡੀ ਹੁੰਦੀ ਆ। ਕੋਈ ਵੀ ਸਟੂਡੈਂਟ ਜਿਹਦੀ ਉਮਰ 18 ਸਾਲ ਤੋਂ 32-33 ਸਾਲ ਤੱਕ ਹੈ ਉਹ ਐਜੂਕੇਸ਼ਨ ਕਰਨ ਜਾ ਸਕਦਾ। ਕੋਈ ਆਇਲਸ ਨਹੀਂ ਚਾਹੀਦਾ,
ਕੋਈ ਤੁਹਾਡੇ ਨੰਬਰਾਂ ਨਾਲ, ਪੜ੍ਹਾਈ ਦੇ ਅਕੈਡਮਿਕ ਨਾਲ, ਸਕੋਰ ਨਾਲ, ਪਰਸੈਂਟੇਜ ਨਾਲ ਮਤਲਬ ਨਹੀਂ, ਕੋਈ ਤੁਹਾਡੇ ਪੜ੍ਹਾਈ ਦੇ ਗੈਪ ਨਾਲ ਮਤਲਬ ਨਹੀਂ। ਤੁਸੀਂ ਦੁਨੀਆ ਭਰ ਤੋਂ UK, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੋਂ ਭਾਵੇਂ 10-10 ਰਿਫਿਊਜ਼ਲ ਲਵਾ ਕੇ ਬੈਠੇ ਹੋ ਤਾਂ ਵੀ ਕੋਈ ਚੱਕਰ ਨਹੀਂ, ਦੁਬਈ 100% ਵੀਜ਼ਾ ਲੱਗੇਗਾ। ਔਰ ਸਮਝਣਾ ਨਾ, ਦੁਬਈ 'ਚ ਮੈਂ ਤੁਹਾਨੂੰ ਸਿੱਧਾ ਕੋਈ ਵਰਕ ਪਰਮਿਟ ਤੇ ਨਹੀਂ ਭੇਜ ਰਿਹਾ, ਮੈਂ ਦੁਬਈ 'ਚ ਭੇਜ ਰਿਹਾ ਤੁਹਾਨੂੰ ਇੱਕ ਐਜੂਕੇਸ਼ਨ ਲੈਣ, ਇੱਕ ਇੰਡਸਟਰੀ ਦਾ ਸ਼ੈਫ ਬਣਾਉਣ ਭੇਜ ਰਿਹਾ। ਸੋ ਜਿਹੜਾ ਕਾਲਜ ਹੈ ਉਹ ਗਿਨੀਜ਼ ਵਰਲਡ ਬੁੱਕ ਰਿਕਾਰਡ 'ਚ ਉਹਦੇ ਨਾਮ ਤੱਕ ਦਰਜ ਹੈ। ਪਿਛਲੇ 20 ਸਾਲ ਤੋਂ ਤਕਰੀਬਨ ਉਹ ਕਾਲਜ ਇਸ ਇੰਡਸਟਰੀ 'ਚ ਸ਼ੈਫ ਪੈਦਾ ਕਰਕੇ ਹੁਣ ਤੱਕ 7 ਸਟਾਰ ਦੁਨੀਆ ਭਰ ਦੇ ਟੌਪ ਸਟਾਰ ਹੋਟਲ ਵਿੱਚ ਸ਼ੈਫ ਸਰਵ ਕਰ ਚੁੱਕਿਆ। ਇਤਿਹਾਦ 에ਅਰਲਾਈਨ, ਐਮੀਰੇਟਸ 에ਅਰਲਾਈਨ, JW ਮੈਰੀਅਟਸ, ਹਿਲਟਨ ਹੋਟਲਸ, ਐਟਲੈਂਟਸ ਦਾ ਪਾਮ, ਇਹ ਉਹ ਨਾਮ ਨੇ ਜਿਨ੍ਹਾਂ ਦੇ ਵਿੱਚ ਹੁਣ ਤੱਕ ਇਸ ਕਾਲਜ ਦੇ ਬੱਚੇ ਸ਼ੈਫ ਦੇ ਤੌਰ ਤੇ ਜੌਬ ਕਰ ਰਹੇ ਆ। ਸੋ ਬੱਚੇ ਨੂੰ ਪੜ੍ਹਾਉਣ ਤੋਂ ਬਾਅਦ 3 ਮਹੀਨੇ ਉਹਦੀ 1 ਸਾਲ ਤੋਂ 1.5 ਸਾਲ ਤੱਕ ਉਹਦੀ ਪੇਡ ਜੌਬ ਇੰਟਰਨਸ਼ਿਪ ਲੱਗਦੀ ਹੈ, ਵਿਚ ਵੁੱਡ ਬੀ ਪੇਡ, ਜੋ ਕਿ ਪੇਡ ਹੁੰਦੀ, ਬੱਚੇ ਨੂੰ ਪੈਸੇ ਮਿਲਦੇ ਆ। ਜਿਵੇਂ ਕਿ ਇੱਕ ਪਾਸੇ ਕੰਮ ਸਿਖਾਇਆ ਜਾਣਾ, ਦੂਜੇ ਪਾਸੇ ਉਹਨੂੰ ਮਹੀਨੇ ਦਾ 25-30 ਹਜ਼ਾਰ ਰੁਪਈਆ ਮਿਲਣਾ ਸ਼ੁਰੂ ਹੋ ਜਾਂਦਾ। ਬੱਚੇ ਦਾ ਤਿੰਨੋਂ ਟਾਈਮ ਦਾ ਫੂਡ, ਉਹਦਾ ਅਕਮੋਡੇਸ਼ਨ ਉਹਦਾ ਵਿੱਚ ਇਨਕਲੂਡ ਹੈ, ਯੂਨੀਫਾਰਮ ਇਨਕਲੂਡ ਹੈ, ਟਰੈਵਲ ਇੰਸ਼ੋਰੈਂਸ ਉਹਦੀ ਇਨਕਲੂਡ ਹੈ। ਜਾਣੀ ਕਿ ਇੱਕ ਬੱਚੇ ਨੂੰ ਉੱਥੇ ਮਾਂ ਪਿਓ ਵਾਂਗੂ ਦੂਜਾ ਪਰਿਵਾਰ ਮਿਲ ਜਾਣਾ, ਉਹਨੂੰ ਸੰਭਾਲਿਆ ਜਾਂਦਾ, ਪੜ੍ਹਾਇਆ ਜਾਂਦਾ, ਉਹ ਇੰਡਸਟਰੀ ਲਈ ਇੱਕ ਸ਼ੈਫ ਬਣਾਇਆ ਜਾਂਦਾ। 1.5-2 ਸਾਲ ਕੰਮ ਕਰਕੇ ਜਦੋਂ ਇੱਕ ਐਪਲੀਕੈਂਟ ਨੂੰ ਚੰਗਾ ਕਿਚਨ ਦਾ ਤਜਰਬਾ ਹੋ ਜਾਂਦਾ, ਉਹ ਕਿਸੇ ਵੀ ਕੈਨੇਡਾ ਜਾਂ ਅਮਰੀਕਾ ਜਾਂ US ਵਰਗੇ ਕਿਸੇ ਵੱਡੇ ਮੁਲਕਾਂ ਦੇ ਹੋਟਲਸ ਵਿੱਚ ਆਪਣੇ ਆਪ ਨੂੰ ਸਰਵ ਕਰਨ ਲਈ ਜੌਬਸ ਅਪਲਾਈ ਕਰਦਾ। ਤੇ ਜਿਹੜੇ ਚੰਗੇ ਸ਼ੈਫ ਹੈ 10 ਚੋਂ 7-8 ਬੱਚੇ ਉੱਥੇ ਉਹਨਾਂ ਮੁਲਕਾਂ 'ਚ ਵਰਕ ਪਰਮਿਟ ਤੇ ਨਿਕਲ ਜਾਂਦੇ ਆ। ਜੇ ਕੋਈ ਬੱਚਾ ਵਿਚਾਰਾ ਮੇਰੇ ਵਰਗਾ ਕਮਜ਼ੋਰ ਵੀ ਆ, ਉਹ ਦੁਬਈ 'ਚ 2-4 ਸਾਲ ਲਾ ਕੇ ਹੋਰ ਆਪਣੇ ਆਪ ਨੂੰ ਗਰੂਮ ਕਰਦਾ। ਅੱਜ ਮੈਂ ਦੁਬਈ ਦੇ ਵਿੱਚ ਹੀ ਜੌਬ ਕਰ ਰਹੇ ਘੱਟੋ ਘੱਟ 50 ਇਹੋ ਜਿਹੇ ਸਟੂਡੈਂਟ ਦੇ ਨੰਬਰ ਦੇ ਸਕਦਾ ਜਿਹੜੇ ਘੱਟੋ ਘੱਟ ਲੱਖ-ਸਵਾ ਲੱਖ ਰੁਪਇਆ ਦੁਬਈ 'ਚ ਕਮਾ ਰਹੇ ਆ। ਔਰ ਉਹ ਵੀ ਚੰਗੇ 5 ਸਟਾਰ 7 ਸਟਾਰ ਹੋਟਲ ਦੇ ਵਿੱਚ, ਜਿੱਥੇ ਉਹ ਮੈਂ ਦੇਖਦਾ ਮੇਰੇ ਫੇਸਬੁੱਕ ਤੇ ਬੱਚੇ ਐਡ ਹੈ, ਉਹ ਕਦੇ ਕਿਸੇ ਬਾਲੀਵੁੱਡ ਦੀ ਸੈਲੀਬ੍ਰਿਟੀ ਦੇ ਨਾਲ, ਕਦੇ ਕਿਸੇ ਦੇ ਨਾਲ ਉਹ ਫੋਟੋਗ੍ਰਾਫ ਖਿੱਚ ਕੇ ਪਾਉਂਦੇ। ਕਿਉਂਕਿ ਜਦੋਂ ਤੁਸੀਂ ਕਿਸੇ 5 ਸਟਾਰ ਹੋਟਲ 'ਚ ਜੌਬ ਕਰ ਰਹੇ ਹੋ, ਉੱਥੇ 5 ਸਟਾਰ ਉਹ ਵਿਚਾਰੇ ਉਹ ਤਾਂ ਸੈਲੀਬ੍ਰਿਟੀ ਹੋਣੇ, ਉੱਥੇ ਮੇਰੇ ਵਰਗਾ ਮਾਤਰ ਨਹੀਂ ਜਾਣਾ। ਸੋ ਇੱਕ ਤਾਂ ਇੱਕ ਚੰਗੀ ਇੰਡਸਟਰੀ 'ਚ ਕੰਮ ਕਰ ਰਹੇ ਹੋ, ਚੰਗਾ ਪੈਸਾ ਕਮਾ ਰਹੇ ਹੋ, ਚੰਗਾ ਨੇਮ ਫੇਮ ਕਮਾ ਰਹੇ ਹੋ। ਅੱਜ ਤੁਸੀਂ ਦੇਖੋ ਵੱਡੇ ਵੱਡੇ ਜਿਹੜੇ ਸ਼ੈਫਸ ਨੇ ਟੀਵੀਆਂ ਤੇ, ਮੈਂ ਨਾਮ ਨਹੀਂ ਲੈ ਪਾਊਂਗਾ, ਉਹ ਵੀ ਆਪਣੇ ਆਪ ਨੂੰ ਸ਼ੁਰੂਆਤ ਜ਼ੀਰੋ ਤੋਂ ਉਹਨਾਂ ਨੇ ਕੀਤੀ। ਸੋ ਇਹ ਉਹ ਇੰਡਸਟਰੀ ਹੈ ਜਿੰਨੇ ਤੁਹਾਨੂੰ ਮਰਦੇ ਦਮ ਤੱਕ ਤੁਹਾਡੇ ਪਰਿਵਾਰ ਨੂੰ ਇੱਕ ਪੱਕੀ ਰੋਜੀ ਰੋਟੀ ਲਗਾ ਦੇਣੀ ਹੈ, ਅਗਰ ਸਬਰ ਹੈ। ਇਹ ਤਾਂ ਜੇ ਤਾਂ ਚਾਹੁੰਦੇ ਹੋ ਵੀ ਗਰਮ ਗਰਮ ਖਾਣਾ ਤੇ ਭਾਵੇਂ ਜ਼ੁਬਾਨ ਸੜ ਜੇ, ਫਿਰ ਤਾਂ ਨਾ ਆਇਓ। ਅਗਰ 1.5-2 ਸਾਲ ਦਾ ਪੇਸ਼ੈਂਸ, ਸਬਰ ਤੁਹਾਡੇ ਕੋਲ ਹੈ, ਦੁਬਈ 'ਚ ਪੜੋਗੇ, ਟ੍ਰੇਨਿੰਗ ਲਓਗੇ, ਚੰਗੇ 3 ਸਟਾਰ 5 ਸਟਾਰ ਹੋਟਲ 'ਚ ਜੌਬ ਲਵਾਈ ਜਾਊਗੀ, ਦੈਟ ਵੁੱਡ ਬੀ 100% ਸ਼ੋਰ। ਉਸ ਤੋਂ ਬਾਅਦ ਤੁਸੀਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ 'ਚ ਤੁਹਾਨੂੰ ਵਰਕ ਪਰਮਿਟ ਤੇ ਜਾਣ ਲਈ ਕਾਲਜ ਵੀ ਹੈਲਪ ਕਰਦਾ ਹੈ। ਜਿਹੜੇ ਸਾਡੇ ਕੈਨੇਡਾ ਦੇ ਵਿੱਚ 3 ਆਫਿਸਿਸ ਨੇ, ਉਹ ਵੀ ਤੁਹਾਨੂੰ LMIA ਮੰਗਾਉਣ ਵਿੱਚ, ਜੌਬ ਆਫਰ ਮੰਗਾਉਣ 'ਚ ਮਦਦ ਕਰਦੇ ਨੇ। ਸੋ ਅਗਰ ਤੁਹਾਡੇ ਕੋਲ ਟੈਕਨੀਕਲ ਹੁਨਰ ਹੋ ਜਾਂਦਾ, ਕਿਚਨ ਦੇ ਵਿੱਚ ਕੰਮ ਕਰਨ ਦਾ, ਕਿ ਚੰਗਾ ਸ਼ੈਫ ਬਣਨ ਦਾ, ਕਿਉਂਕਿ ਮੈਂ ਅੱਗੇ ਵੀ ਕਈ ਵਾਰ ਐਗਜ਼ਾਮਪਲ ਦਿੱਤੀ ਹੈ ਵੀ ਇੱਕ ਡਰਾਈਵਰ ਕਾਰ ਜਾਂ ਬੱਸ ਜਾਂ ਟਰੱਕ ਚਲਾਉਂਦਾ, ਇੱਕ ਡਰਾਈਵਰ ਜਹਾਜ਼ ਚਲਾਉਂਦਾ, ਆਪਾਂ ਉਹਨੂੰ ਪਾਇਲਟ ਕਹਿੰਦੇ ਆ। ਸੋ ਇੱਕ ਢਾਬੇ ਤੇ ਖਾਣਾ ਬਣਾਉਂਦਾ ਉਹਨੂੰ ਕੁੱਕ ਕਹਿੰਦੇ ਆ, ਕਿਸੇ ਰੈਸਟੋਰੈਂਟ 'ਚ ਖਾਣਾ ਬਣਾਉਂਦਾ ਉਹਨੂੰ ਕੁੱਕ ਕਹਿੰਦੇ ਆ, ਪਰ ਜਦੋਂ ਕਿਸੇ ਉਹ 5 ਸਟਾਰ 'ਚ ਜਾ ਕੇ ਖਾਣਾ ਬਣਾਉਂਦਾ ਉਹਨੂੰ ਸ਼ੈਫ ਕਿਹਾ ਜਾਂਦਾ। ਸੋ ਇੱਕ ਸ਼ੈਫ ਬਣਾਉਣ ਲਈ ਉਹ ਇੰਡਸਟਰੀ ਨੂੰ ਤਿਆਰ ਕੀਤਾ ਜਾਂਦਾ। 12ਵੀਂ ਪਾਸ ਬੱਚਾ ਇਸ ਓਪਰਚੁਨਿਟੀ ਵੇਲ ਕਰ ਸਕਦਾ। ਔਰ ਅਨਾਊਂਸ ਕਰਦਾ ਇਸ ਮੰਚ ਤੇ, ਵੀਡੀਓ ਸੰਭਾਲ ਕੇ ਰੱਖ ਲਿਓ, 100% ਵੀਜ਼ਾ ਲੱਗੂਗਾ। अगर वीज़ा नहीं लगेगा तो 1 लाख रुपया पेनल्टी मेरे को आके ले जाओ। एजेंट ये तो बथेरे कहते हैं कि हम लेंगे पैसा वीज़ा के बाद, लेकिन हम ये बोलते हैं कि वीज़ा ना लगा तो लाख रुपया ले भी जाओ। सॉरी फॉर माई हिंदी में इदा ही बोल सकता, बट अगर वीज़ा नहीं लगता ਤੁਹਾਡਾ ਦੁਬਈ ਦਾ ਕਿਸੇ ਕਾਰਨ ਸਾਡੇ ਕੋਲੋਂ ਰਿਫਿਊਜ਼ ਹੁੰਦਾ ਤਾਂ 1 ਲੱਖ ਰੁਪਇਆ ਆ ਕੇ ਤੁਸੀਂ ਸਾਡੇ ਕੋਲੋਂ ਹਰਜਾਨਾ ਜਾਂ ਤੁਸੀਂ ਸਾਡੇ ਕੋਲੋਂ ਪੈਨਲਟੀ ਲੈ ਸਕਦੇ ਹੋ। ਇੰਨਾ ਵੱਡਾ ਦਾਅਵਾ ਮੈਨੂੰ ਲੱਗਦਾ ਸ਼ਾਇਦ ਕਿਸੇ ਕੰਸਲਟੈਂਟ ਨੇ ਕੀਤਾ, ਬਟ ਇਹ ਤਾਂ ਹੀ ਹੈ ਜੇ ਤੁਹਾਡੇ ਕੋਲ ਕਿਚਨ 'ਚ ਕੰਮ ਕਰਨ ਦੀ ਮਤਲਬ ਅੰਦਰ ਜ਼ੀਲ ਹੈਗੀ, ਕਿਉਂਕਿ ਇੱਕ ਕ੍ਰੀਏਟੀਵਿਟੀ ਵਾਲਾ ਕੰਮ ਹੈ, ਧੱਕੇ ਨਾਲ ਕੰਮ ਨਹੀਂ ਕਰਨਾ। ਹੁਣ ਮੇਰੇ ਵਰਗਾ ਬੰਦੇ ਨੂੰ ਖਾਣ ਦਾ ਸ਼ੌਂਕ ਹੈ, ਜੇ ਕੋਈ ਤੁਸੀਂ ਜਾ ਕੇ ਗੰਡੇ ਚੀਰ ਉੱਥੇ ਰਸੋਈ 'ਚ ਵੜ ਕੇ ਜਾਂ ਆਮਲੇਟ ਬਣਾ, ਚਾਹ ਬਣਾ, ਮੈਂ ਨਹੀਂ ਬਣਾ ਸਕਦਾ। ਸੋ ਜੇ ਤੁਹਾਨੂੰ ਖਾਣ ਤੋਂ ਇਲਾਵਾ ਖਾਣੇ ਬਣਾਉਣ 'ਚ, ਕ੍ਰੀਏਟੀਵਿਟੀ ਕਰਨ 'ਚ ਸ਼ੌਂਕ ਹੈ, ਜ਼ਿੰਦਗੀ 'ਚ ਚੰਗੇ ਮੁਕਾਮ ਤੇ 2-4 ਸਾਲ ਬਾਅਦ ਆਪਣੇ ਨੂੰ ਦੇਖਣਾ ਚਾਹੁੰਦੇ ਹੋ, ਦਿਸ ਇਜ਼ ਦ ਰਾਈਟ ਕਾਈਂਡ ਆਫ ਪਲੇਟਫਾਰਮ ਫॉर ਯੂ। ਇਸ ਓਪਰਚੁਨਿਟੀ ਨੂੰ ਸਮਝਣਾ ਚਾਹੁੰਦੇ ਹੋ, ਜਲੰਧਰ, ਮੋਹਾਲੀ, ਅੰਮ੍ਰਿਤਸਰ 'ਚ ਆ ਕੇ ਮੇਰੇ ਨਾਲ, ਮੇਰੀ ਟੀਮ ਨਾਲ ਮਿਲੋ। ICCA ਕਾਲਜ ਦੀ ਵੈਬਸਾਈਟ ਤੇ ਜਾ ਕੇ ਹੁਣ ਤੱਕ ਸਕਸੈਸਫੁਲ ਸਟੋਰੀਜ਼ ਦੇਖੋ, ਆਪਣਾ ਸਮਝ ਲੱਗ ਜਾਏਗਾ ਪਿਛਲੇ ਅਸੀਂ 8 ਸਾਲਾਂ 'ਚ ਹੁਣ ਤੱਕ ਕਿੰਨੀਆਂ ਸਕਸੈਸ ਸਟੋਰੀ ਕ੍ਰੀਏਟ ਕੀਤੀਆਂ ਨੇ। ਤਕਰੀਬਨ 150-200 ਬੱਚਿਆਂ ਦੇ ਨੰਬਰ, ਫੇਸਬੁੱਕ ਅਕਾਊਂਟਸ ਮੈਂ ਤੁਹਾਨੂੰ ਦੇ ਸਕਦਾ ਜਿਹੜੇ ਦੁਬਈ 'ਚ ਪੜ੍ਹ ਕੇ ਚੰਗੇ ਥਾਵਾਂ ਤੇ ਸੈਟਲ ਹੋ ਚੁੱਕੇ ਨੇ। ਜੀ 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 ਬਿਲਕੁਲ, ਵਾਕਈ ਸੁਣ ਕੇ ਹੀ ਬਹੁਤ ਜ਼ਿਆਦਾ ਪਤਾ ਚੱਲ ਰਿਹਾ ਹੈ ਕਿ ਵਾਕਈ ਕਿ ਸਟੂਡੈਂਟਸ ਲਈ ਇੱਕ ਅੱਛੀ ਆਪਸ਼ਨ ਦੁਬਈ ਵਿੱਚ ਵੀ ਜ਼ਰੂਰ ਮਿਲ ਰਹੀ ਹੈ। ਤੇ ਇੱਥੇ ਜਿਵੇਂ ਤੁਸੀਂ ਕਿਹਾ ਕਿ IELTS ਦੀ ਵੀ ਜ਼ਰੂਰਤ ਨਹੀਂ ਹੈ। ਹੋਰ ਪਰ ਹਰਜੋਤ ਪੰਗਾ ਪਤਾ ਕੀ, ਸੌਰੀ ਫॉर, ਬੱਚਾ ਕਹਿੰਦਾ ਨਹੀਂ हमने नहीं दुबई नहीं जाना पड़ी, सिद्धा दसो कनेडा किवें जा सकते, सबर नहीं हैगा साडे च। फिर जो सिद्धा कनेडा वर्क परमिट दे नां ते जाके मोहाली या चंडीगढ़ किसी एजेंट नूं 2 लाख रुपए दा फड़ा दीदा, ते मुड़ के वो 2 लाख विचों फिर 2 रुपये वापस नहीं मिलते। फिर बंदा हत्थ ਦੀਆਂ ਲਕੀਰਾਂ ਨੂੰ ਕੋਸਦਾ, ਮੱਥੇ ਹੱਥ ਮਾਰਦਾ ਕਿ ਮੇਰੇ ਨਾਲ ਠੱਗੀ ਵੱਜ ਗਈ। ਆਪਣੇ ਨੂੰ ਪਹਿਲਾਂ ਆਪਾਂ ਆਪ ਹੀ ਤਿਆਰ ਕਰਦੇ ਹਾਂ ਠੱਗੀ ਮਰਾਉਣ ਲਈ। ਸੋ
ਪਹਿਲਾਂ ਆਪਣੇ ਆਪ ਨੂੰ ਇੰਡਸਟਰੀ ਲਈ ਤਿਆਰ ਕਰੋ। ਤੁਹਾਡੇ 'ਚ ਹੁਨਰ ਹੈ, ਸਕਿੱਲ ਹੈ, ਤੁਸੀਂ 100% ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਵਰਕ ਪਰਮਿਟ ਤੇ ਜਾ ਸਕਦੇ ਹੋ। ਇੱਕ ਰਾਜਾ ਬਲਦੇਵ ਸਿੰਘ ਜਲੰਧਰ ਦੇ ਲਾਗੇ ਪਿੰਡ ਮੈਨੂੰ ਭੁੱਲ ਗਿਆ, ਰਾਜਾ ਬਲਦੇਵ ਸਿੰਘ ਸਟੂਡੈਂਟ ਭੇਜਿਆ ਸੀ ਮੇਰੇ ਫੇਸਬੁੱਕ ਅਕਾਊਂਟ 'ਚ, ਨਾਲ ਮੇਰੀ ਪਿਛਲੇ ਹਫਤੇ ਗੱਲ ਹੋ ਰਹੀ ਸੀ। ਤਕਰੀਬਨ ਸਵਾ ਕੁ ਸਾਲ ਮੁੰਡੇ ਨੇ ਦੁਬਈ 'ਚ ਕੰਮ ਕੀਤਾ 5 ਸਟਾਰ 'ਚ, ਅੱਜ ਅਮਰੀਕਾ ਬੈਠਾ, J1 ਵੀਜ਼ੇ ਚਲ ਗਿਆ ਸੀ, ਅੱਜ ਵਿਆਹ ਤੱਕ ਹੋ ਚੁੱਕਿਆ। ਸੋ ਇਦਾਂ ਦੇ ਕਈ ਨਾਮ ਨੇ। ਪਰਮਿੰਦਰ ਸਿੰਘ ਦੀ ਗੱਲ ਕਰਾਂ ਕਿ ਲੜਕੀ ਕਵਲਜੀਤ ਕੌਰ ਦੀ ਗੱਲ ਕਰਾਂ, ਇਹ ਉਹ ਨਾਮ ਨੇ ਜਿਹੜੇ ਦੁਬਈ 'ਚ ਪੜ੍ਹ ਕੇ ਅੱਜ ਅਮਰੀਕਾ ਵਰਗੇ ਚੰਗੇ ਮੁਲਕਾਂ 'ਚ ਸੈਟਲ ਹੈ ਔਰ ਚੰਗੇ ਹੋਟਲਾਂ 'ਚ ਚੰਗਾ ਪੈਸਾ ਤੱਕ ਕਮਾ ਰਹੇ ਆ। ਅੱਜ ਉਹਨਾਂ ਦਾ ਮਕਸਦ ਅਮਰੀਕਾ ਪਹੁੰਚਣਾ ਨਹੀਂ, ਅੱਜ ਮਕਸਦ ਉਹਨਾਂ ਦਾ ਇੱਕ ਚੰਗਾ ਸ਼ੈਫ ਬਣਨਾ, ਕਿਉਂਕਿ ਜਿੱਥੇ ਜਾਣਾ ਚਾਹੁੰਦੇ ਸੀ ਉੱਥੇ ਪਹੁੰਚ ਚੁੱਕੇ ਆ। ਬੰਦਾ ਇੱਥੇ ਸੋਚਦਾ ਨਹੀਂ ਮੈਂ ਬਸ ਕੈਨੇਡਾ ਪਹੁੰਚ ਜਾ, ਮੈਂ ਬਸ ਅਮਰੀਕਾ ਪਹੁੰਚ ਜਾ। ਪਹੁੰਚਣਾ ਇਜ਼ ਨੋਟ ਅ ਸੋਲੂਸ਼ਨ ਦੋਸਤੋ। ਉੱਥੇ ਪਹੁੰਚ ਕੇ ਇੱਕ ਚੰਗਾ ਨਾਮ ਨਾ ਕਮਾਉਣਾ, ਇੱਕ ਚੰਗਾ ਰੈਪੂਟੇਸ਼ਨ, ਇੱਕ ਚੰਗਾ ਪੈਸਾ ਬਣਾਉਣਾ, ਇੱਕ ਚੰਗਾ ਭਵਿੱਖ ਬਣਾਉਣਾ, ਉਹ ਇਹ ਪ੍ਰੋਫੈਸ਼ਨ ਤੁਹਾਨੂੰ ਦੇ ਸਕਦਾ। ਸੋ ਅਗਰ ਸਮਝ ਲੱਗੀ ਦਿਮਾਗ ਦੇ ਉਹ ਨਾੜਾਂ 'ਚ ਉਹ ਗੱਲ ਪਈ ਹੈ ਤੇ ਇੱਕ ਵਾਰ ਦਫ਼ਤਰ ਆ ਕੇ ਜ਼ਰੂਰ ਮਿਲਿਓ। ਉਮੀਦ ਕਰਦਾ ਜ਼ਿੰਦਗੀ ਦਾ ਭਵਿੱਖ ਬਦਲ ਦੂੰਗਾ 2 ਸਾਲ ਦੇ ਵਿੱਚ। ਜੀ ਬਿਲਕੁਲ, ਵਾਕਈ, ਕਿਉਂਕਿ ਸਾਡੀ ਵੀ ਇਸ ਸ਼ੋਅ ਦੇ ਜ਼ਰੀਏ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਸੁਪਨੇ ਸਾਕਾਰ ਕਰਨ ਲਈ ਸਹੀ ਔਰ ਜੈਨੂਇਨ ਤਰੀਕਾ ਰਸਤਾ ਤੁਹਾਨੂੰ ਦਿਖਾਈਏ ਤਾਂ ਕਿ ਤੁਸੀਂ ਕਿਤੇ ਵੀ ਠੱਗੀ ਦਾ ਸ਼ਿਕਾਰ ਨਾ ਹੋਵੋ। ਸੋ ਵਾਕਈ ਦੁਬਈ ਦਾ ਇਹ ਕੋਰਸ ਜੋ ਤੁਸੀਂ ਸ਼ੈਫ ਦਾ ਕੋਰਸ ਹੈ ਕਰਕੇ ਵੀ ਆਪਣੀ ਸੁਪਨਿਆਂ ਦੀ ਮੰਜ਼ਿਲ ਤੇ ਪਹੁੰਚ ਸਕਦੇ ਹੋ। ਤੇ ਮੈਂ ਉਹੀ ਗੱਲ ਜੋ ਵਿੱਚ ਰਹਿ ਗਈ ਸੀ ਕਿ ਇੱਕ ਵਾਰੀ ਅਸੀਂ ਆਪਣੇ ਦਰਸ਼ਕਾਂ ਨੂੰ, ਸਟੂਡੈਂਟਸ ਨੂੰ ਰਿਕੁਆਇਰਮੈਂਟ ਜ਼ਰੂਰ ਦੱਸ ਦਈਏ ਕਿ ਇਸ ਕੋਰਸ ਲਈ ਤੁਸੀਂ ਕਿਹਾ ਕਿ ਆਇਲਸ ਦੀ ਜ਼ਰੂਰਤ ਨਹੀਂ ਹੈ ਤੇ ਕਿਹੜੀ ਕਿੰਨੀ ਸਟੱਡੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਪ੍ਰੋਫਾਈਲ ਹੋਣੀ ਚਾਹੀਦੀ ਹੈ। ਪ੍ਰਜੋਤ, ਇਹਦੇ 'ਚ ਬੇਸਿਕਲੀ ਸਟੂਡੈਂਟ ਦੀ +2 ਪਾਸ ਹੋਵੇ ਜੀ, +2 ਚਾਹੇ ਉਹਨੇ 40% ਨੰਬਰਾਂ ਨਾਲ ਪਾਸ ਕੀਤੀ ਹੈ, ਸਾਨੂੰ ਸਿਰਫ ਉਹਦਾ ਇੱਕ 12ਵੀਂ ਸੀਨੀਅਰ ਸੈਕੰਡਰੀ ਦਾ ਸਰਟੀਫਿਕੇਟ ਚਾਹੀਦਾ, ਜਿਹੜੇ ਮਰਜ਼ੀ ਬੋਰਡ ਤੋਂ ਪੜ੍ਹਿਆ ਹੋਵੇ। ਠੀਕ ਹੈ। ਉਸ ਬੱਚੇ ਦਾ ਪਾਸਪੋਰਟ ਬਣਿਆ ਹੋਵੇ, ਉਹਦੀ ਜ਼ੁਬਾਨ, ਉਹਦੀਆਂ ਅੱਖਾਂ, ਉਹਦਾ ਸਰੀਰ ਬਿਲਕੁਲ ਤੰਦਰੁਸਤ ਹੋਵੇ, ਜਾ ਸਕਦਾ। ਹੋਰ ਸਾਨੂੰ ਇਹਦੇ 'ਚ ਕੁਝ ਨਹੀਂ ਚਾਹੀਦਾ। ਯੈਸ, ਇੰਨਾ ਜ਼ਰੂਰ ਕਹੂੰਗਾ ਕਿ ਆਇਲਟਸ ਦੀ ਲੋੜ ਨਹੀਂ, ਬਟ ਬੇਸਿਕ ਜਦੋਂ ਤੁਸੀਂ ਇੱਕ 5 ਸਿਤਾਰਾ 7 ਸਿਤਾਰਾ ਹੋਟਲ 'ਚ ਕੰਮ ਕਰਨਾ, ਬੇਸਿਕ ਇੰਗਲਿਸ਼ ਜ਼ਰੂਰ ਹੋਵੇ। ਆਪਾਂ ਨਹੀਂ ਕਹਿੰਦੇ ਕਿ ਉੱਥੇ ਤੁਹਾਨੂੰ ਕਿਸੇ ਇੰਗਲਿਸ਼ ਚੈਨਲ ਤੇ ਜਾ ਕੇ ਖਬਰਾਂ ਪੜ੍ਹਨੀਆਂ ਪੈਣੀਆਂ ਫਰਾਟੇਦਾਰ, ਅੰਗਰੇਜ਼ੀ ਬੋਲਣੀ ਪੈਣੀ ਜਾਂ ਸਪੀਕਿੰਗ ਦਾ ਟੈਸਟ ਹੋਣਾ, ਨਥਿੰਗ ਲਾਈਕ ਦੈਟ। ਬਟ ਜੇ ਤੁਸੀਂ ਜੋ ਡਿਸ਼, ਜੋ ਖਾਣਾ, ਜੋ ਤੁਸੀਂ ਚੀਜ਼ ਬਣਾਈ ਹੈ, ਜਦੋਂ ਤੁਹਾਨੂੰ 3 ਮਹੀਨੇ 'ਚ ਜਾਂ 4 ਮਹੀਨੇ 'ਚ ਉਹ ਚੀਜ਼ ਬਣਾਉਣੀ ਆ ਗਈ, ਜਦੋਂ ਤੁਹਾਡੀ ਇੰਟਰਵਿਊ ਹੋਣੀ ਹੋਟਲ ਦੇ ਵਿੱਚ, ਐਟਲੀਸਟ ਉਸ ਹੋਟਲ ਦੇ HR ਨੇ ਜਾਂ EMPLOYER ਨੇ ਜਾਂ ਜਿਹੜਾ ਮੈਨੇਜਰ, ਉਹਨੇ ਤੁਹਾਡੀ ਇੰਟਰਵਿਊ 'ਚ ਪੁੱਛਣਾ ਵੀ ਭਾਈ ਕੀ ਬਣਾ ਲੈਂਦੇ ਹੋ, ਤੇ ਜੋ ਬਣਾ ਲੈਂਦੇ ਹੋ 'ਚ ਕੀ ਪਾਣਾ, ਕੀ ਉਹਦੀ ਰੈਸਿਪੀ ਹੈ, ਉਹ ਚੀਜ਼ਾਂ ਬੋਲਣੀਆਂ ਇੰਗਲਿਸ਼ ਹੋਣੀ ਚਾਹੀਦੀਆਂ। ਬਟ ਮੈਨੂੰ ਲੱਗਦਾ 3 ਮਹੀਨੇ ਵਿੱਚ ਮੈਂ ਬੱਚੇ ਨੂੰ ਜਿਹੜਾ ਕਾਲਜ ਪੜਾਉਂਦਾ, ਜਿਹੜਾ ਬੱਚਾ ਕੋਈ ਇੰਗਲਿਸ਼ ਵੀਕ ਹੁੰਦਾ, ਉਹਨੂੰ ਉਹਦੀਆਂ ਵੱਖਰੀਆਂ ਪਰਸਨੈਲਿਟੀ ਡਿਵੈਲਪਮੈਂਟ ਦੇ ਪ੍ਰੋਗਰਾਮਸ ਦੀ ਕਲਾਸ ਵੱਖਰੀ ਲਵਾਈ ਜਾਂਦੀ ਹੈ। ਸੋ ਬੇਸਿਕ ਇੰਗਲਿਸ਼ ਜ਼ਰੂਰ ਰਿਕੁਆਇਰਡ ਹੈ। ਹੁਣ ਜੇ ਉੱਥੇ ਪੁੱਛਿਆ ਜਾਵੇ ਜੀ ਟੈਲ ਮੀ ਸਮਥਿੰਗ ਅਬਾਊਟ ਯੋਰਸੈਲਫ, ਉਹ ਬੱਚਾ ਮੂੰਹ ਵੱਲ ਦੇਖਣ ਲੱਗ ਪਏ, ਖਰੇ ਕੀ ਮੈਨੂੰ ਸਵਾਲ ਪੁੱਛ ਲਿਆ। ਇਹੋ ਜਿਹੇ ਬੱਚੇ ਨਹੀਂ ਕਾਮਯਾਬ ਹੋ ਪਾਉਣਗੇ। ਬੇਸਿਕ ਜਿਹੜਾ ਬੱਚਾ ਇੰਗਲਿਸ਼ ਸਮਝ ਸਕਦਾ, ਆਪਣੀ ਗੱਲ ਸਮਝਾ ਸਕਦਾ, ਉਹ ਸਟੂਡੈਂਟ ਅਪਲਾਈ ਕਰ ਸਕਦਾ। ਵੀਜ਼ਾ 100% ਲੱਗੇਗਾ। ਬਟ ਵੀਜ਼ੇ ਤੋਂ ਬਾਅਦ ਜੌਬ ਜਦੋਂ ਤੁਸੀਂ ਲੈਣੀ 3 ਮਹੀਨੇ ਬਾਅਦ ਤੁਹਾਨੂੰ ਕਾਲਜ 100% ਪਲੇਸਮੈਂਟ ਕਰਾ ਕੇ ਦਿੰਦਾ ਹੈ, ਉਹ ਤੋਂ ਬੇਸਿਕ ਇੰਗਲਿਸ਼ ਦੀ ਰਿਕੁਆਇਰਮੈਂਟ ਜ਼ਰੂਰ ਹੈਗੀ ਹੈ। ਜੀ ਬਿਲਕੁਲ। ਵੈਸੇ ਵੀ ਅਸੀਂ ਹਰ ਵਾਰੀ ਇਸ ਸ਼ੋਅ ਦੇ ਜ਼ਰੀਏ ਇਹ ਵੀ ਜ਼ਰੂਰ ਕਹਿੰਦੇ ਆ ਕਿ ਜਿਹੜੇ ਸਟੂਡੈਂਟ ਸੋਚ ਹੀ ਲੈਂਦੇ ਨੇ ਕਿ ਅਸੀਂ ਵਿਦੇਸ਼ ਜਾਣਾ ਹੈ, ਕਿਸੇ ਹੋਰ ਕੰਟਰੀ ਵਿੱਚ ਆਪਣਾ ਫਿਊਚਰ ਬ੍ਰਾਈਟ ਕਰਨਾ, ਤਾਂ ਉਹਨਾਂ ਨੂੰ ਉਸੇ ਦਿਨ ਤੋਂ ਹੀ ਆਪਣੀ ਇੰਗਲਿਸ਼ ਦੇ ਉੱਪਰ ਵੀ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਕਿ ਅਸੀਂ ਆਪਣੀ ਕਿਵੇਂ ਇੰਗਲਿਸ਼ ਲੈਂਗੁਏਜ ਨੂੰ ਇੰਪਰੂਵ ਕਰ ਸਕੀਏ, ਤਾਂ ਕਿ ਅਸੀਂ ਕਿਤੇ ਵੀ ਜਾਣੇ ਸਾਨੂੰ ਕੰਮ ਕਰਨ ਵਿੱਚ, ਕਿਸੇ ਨਾਲ ਗੱਲਬਾਤ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਆਇਲਸ ਨੂੰ ਜਾਂ ਇੰਗਲਿਸ਼ ਨੂੰ ਹਊਆ ਨਾ ਸਮਝਿਆ ਕਰੋ, ਉਸਨੂੰ ਇੱਕ ਲੈਂਗੁਏਜ ਦੀ ਤਰ੍ਹਾਂ ਸਿੱਖਣ ਦੀ ਕੋਸ਼ਿਸ਼ ਕਰੋ ਤਾਂ ਬਹੁਤ ਈਜ਼ੀ ਰਹੇਗਾ। ਜਿਵੇਂ ਆਪਾਂ ਸਪਾਊਸ ਵੀਜ਼ਾ ਦੀ ਪਹਿਲਾਂ ਗੱਲ ਕਰ ਰਹੇ ਸੀ, ਇੱਥੇ ਮੈਂ ਜ਼ਰੂਰ ਜਾਣਨਾ ਚਾਹੂੰਗੀ, ਤੁਸੀਂ ਡੈਨਮਾਰਕ ਔਰ ਸਵੀਡਨ ਦੀ ਗੱਲ ਕੀਤੀ ਸੀ ਕਿ ਈਜ਼ੀਲੀ ਲੱਗ ਸਕਦਾ, ਤੇ ਇੱਥੇ ਸਪਾਊਸ ਦੀ ਕੁਆਲੀਫਿਕੇਸ਼ਨ ਬਾਰੇ ਵੀ ਜਾਣਨਾ ਚਾਹੂੰਗੀ, ਕਿਉਂਕਿ ਕਈ ਵਾਰੀ ਹੁੰਦਾ ਕਿ ਉਸਦੀ ਸਪਾਊਸ ਦੀ ਕੁਆਲੀਫਿਕੇਸ਼ਨ ਵੀ ਮੈਟਰ ਕਰਦੀ ਹੈ। ਇੱਥੇ ਕਿਸ ਤਰ੍ਹਾਂ ਕੁਆਲੀਫਿਕੇਸ਼ਨ ਚਾਹੀਦੀ ਹੈ ਸਪਾਊਸ? ਨਹੀਂ ਮੈਡਮ, ਇਹ ਸਿਰਫ ਆਸਟ੍ਰੇਲੀਆ ਦੇ ਵਿੱਚ ਆ, ਕਿਉਂਕਿ ਵੈਸੇ ਤਾਂ ਸਪਾਊਸ ਦੀ ਕੁਆਲੀਫਿਕੇਸ਼ਨ ਮੈਟਰ ਨਹੀਂ ਕਰਦੀ ਜਦੋਂ ਸਟੂਡੈਂਟ ਬੀਨ ਐਪਲੀਕੈਂਟ ਆ। ਜੀ। ਬਟ ਹੋਇਆ ਕਿ ਆਸਟ੍ਰੇਲੀਆ ਦੇ ਵਿੱਚ ਇਹ ਕਿਉਂ ਸਵਾਲ ਤੁਹਾਡੇ ਜ਼ਿਹਨ 'ਚ ਆਇਆ, ਬਾਕੀ ਬੱਚਿਆਂ ਦੇ ਜ਼ਿਹਨ 'ਚ ਵੀ ਹੋਏਗਾ, ਕਿਉਂਕਿ 2002 ਤੋਂ ਲੈ ਕੇ 2008 ਜਾਂ 9 ਤੱਕ ਇੱਕ ਇਹੋ ਜਿਹਾ ਸਮਾਂ ਸੀ ਜਦੋਂ ਪੰਜਾਬ 'ਚ ਬਹੁਤ ਵੱਡੀ ਪੱਧਰ ਤੇ ਕੰਟਰੈਕਟ ਮੈਰਿਜਸ ਹੋ ਕੇ ਆਸਟ੍ਰੇਲੀਆ ਪਹੁੰਚੇ। ਉਸ ਤੋਂ ਬਾਅਦ ਹੁਣ ਅੰਬੈਸੀ ਨੇ ਤਾਂ ਕੋਈ ਗਾਈਡਲਾਈਨ ਨਹੀਂ ਰੱਖੀ ਕਿ ਸਪਾਊਸ ਵੀ ਇੰਨਾ ਪੜ੍ਹਿਆ ਹੋਵੇ ਜਾਂ ਨਾ ਪੜ੍ਹਿਆ ਹੋਵੇ। ਯੂਨੀਵਰਸਿਟੀ ਦੇ ਪੈਰਾਮੀਟਰਸ ਨੇ ਆਸਟ੍ਰੇਲੀਆ 'ਚ। ਪਰ ਜੇ ਮੈਂ ਗੱਲ ਕਰਾਂ UK ਵਿੱਚ, ਸਵੀਡਨ ਵਿੱਚ ਜਾਂ ਡੈਨਮਾਰਕ 'ਚ, ਹਸਬੈਂਡ ਜਿਹੜਾ ਸਪਾਊਸ ਨਾਲ ਚੱਲਿਆ ਉਹ ਚਾਹੇ 10ਵੀਂ ਫੇਲ ਹੈ, ਚਾਹੇ ਉਹਨੇ ਮਾਸਟਰਸ ਕੀਤੀ ਜਾਂ PhD ਕੀਤੀ ਹੈ, ਉਹਦੇ ਵੀਜ਼ੇ ਦੀ ਜਿਹੜੀ ਪੈਰਾਮੀਟਰ ਚੈੱਕ ਕੀਤੇ ਜਾਣੇ ਉਹ ਇਕੱਲੇ ਸਟੂਡੈਂਟ ਦੇ ਰਿਸ਼ਤੇ ਦੇ ਬੇਸ ਤੇ ਕੀਤੇ ਜਾਣੇ। ਤੁਹਾਡਾ ਵਿਆਹ ਜੈਨੂਨ ਹੈ, ਤੁਹਾਡਾ ਰਿਸ਼ਤਾ ਜੈਨੂਨ ਹੈ, ਸਪਾਊਸ ਦੀ ਪੜ੍ਹਾਈ ਲਿਖਾਈ ਕੋਈ ਮੈਟਰ ਨਹੀਂ ਕਰਦੀ। ਸੋ ਤੁਸੀਂ ਅਪਲਾਈ ਕਰ ਸਕਦੇ ਹੋ ਸਪਟੰਬਰ ਇਨਟੇਕ ਲਈ ਡੈਨਮਾਰਕ ਸਵੀਡਨ। 31 ਮਾਰਚ ਇਜ਼ ਦਾ ਡੈਡਲਾਈਨ। UK ਦੀ ਗੱਲ ਕਰਾਂ ਤਾਂ ਤਕਰੀਬਨ ਮਈ ਇਨਟੇਕ ਦੀ ਆਲਮੋਸਟ ਡੈਡਲਾਈਨ ਖਤਮ ਹੋ ਚੁੱਕੀ ਹੈ, ਸਪਟੰਬਰ ਇਨਟੇਕ ਖੁੱਲਿਆ, ਬਟ ਹਾਲੇ ਵੀ ਜੇ ਅੱਜ ਜਾਂ ਕੱਲ ਆ ਕੇ ਅਪਲਾਈ ਕਰਦੇ ਹੋ ਮਈ ਇਨਟੇਕ ਮਿਲ ਸਕਦਾ ਹੈ। 12ਵੀਂ ਚੋਂ 70% ਨੰਬਰ ਆਇਲਟਸ ਤੋਂ ਬਿਨਾਂ UK ਕਰ ਸਕਦੇ ਹੋ। ਅਗਰ 12ਵੀਂ ਚੋਂ 70% ਨੰਬਰ ਨਹੀਂ ਹੈਗੇ, ਫਿਰ ਆਇਲਟਸ ਓਵਰਆਲ 6 ਬੈਂਡ ਨੋਟ ਲੈਸ ਦੈਨ 5.5 ਔਰ PT ਓਵਰਆਲ 52 ਨੋਟ ਲੈਸ ਦੈਨ 48 ਚਾਹੀਦੇ। ਜੀ ਬਿਲਕੁਲ। ਤੇ ਅੱਗੋਂ ਥੋੜਾ ਹੋਰ ਅੱਗੇ ਗੱਲ ਕਰੀਏ ਕੁਝ ਹੋਰ ਕੰਟਰੀਜ਼ ਦੀ, ਤਾਂ ਨਿਊਜ਼ੀਲੈਂਡ ਪਹਿਲਾਂ ਕਾਫੀ ਚਰਚਾਵਾਂ ਵਿੱਚ ਰਹਿੰਦਾ ਸੀ। ਅੱਜ ਕੱਲ੍ਹ ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਤੋਂ ਆਸਟ੍ਰੇਲੀਆ ਵੱਲੋਂ ਵਰਕਿੰਗ ਆਵਰਸ ਵਧਾ ਦਿੱਤੇ ਗਏ,
ਐਮਬੈਸੀ ਫੀਸ ਵੇਵ ਆਫ ਕਰ ਦਿੱਤੀ ਗਈ। ਉਸ ਤੋਂ ਬਾਅਦ ਕੈਨੇਡਾ, ਆਸਟ੍ਰੇਲੀਆ, USA 3 ਜ਼ਿਆਦਾ ਹਾਈਲਾਈਟ ਵਿੱਚ ਨੇ, ਜਾਂ UK ਹੈ। ਨਿਊਜ਼ੀਲੈਂਡ ਬਾਰੇ ਚਰਚਾ ਨਹੀਂ ਹੋ ਰਹੀ। ਨਿਊਜ਼ੀਲੈਂਡ ਆਸਟ੍ਰੇਲੀਆ ਦੀ ਗੱਲ ਜ਼ਰੂਰ ਕਰਾਂਗਾ, ਮੈਨੂੰ ਯਾਦ ਕਰਾਇਓ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਜਿਹੜੇ ਵਰਕਿੰਗ ਆਵਰਸ ਵਧਾਏ ਗਏ ਜਾਂ ਐਮਬੈਸੀ ਵੇਵ ਕੀਤੀ ਗਈ, ਇਹ ਦਾਣਾ ਪਾਇਆ ਗਿਆ ਸੀ ਸ਼ਿਕਾਰ ਨੂੰ ਫਸਾਉਣ ਲਈ। ਬਟ ਐਨੀਵੇਜ਼, ਇਹ ਤੋਂ ਜਵਾਬ ਦੇਣ ਤੋਂ ਪਹਿਲਾਂ ਮੈਂ ਨਿਊਜ਼ੀਲੈਂਡ ਦੀ ਗੱਲ ਕਰਦਾ, ਕਿਉਂਕਿ ਕਿਸੇ ਕੰਸਲਟੈਂਟ ਨੇ ਪਿਛਲੇ ਕੁਝ ਚਿਰ ਤੋਂ ਨਿਊਜ਼ੀਲੈਂਡ ਬਾਰੇ ਗੱਲ ਨਹੀਂ ਕੀਤੀ। RS ਗਲੋਬਲ YouTube ਤੇ ਲਗਭਗ ਹੁਣ ਤੱਕ 5-7 ਵੀਡੀਓਜ਼ ਪਾ ਚੁੱਕਿਆ, ਕਿਉਂਕਿ ਲੈਂਡ ਆਫ ਰਾਈਜ਼ਿੰਗ ਸਨ ਜਾਂ ਚੜ੍ਹਦੇ ਸੂਰਜ ਦੀ ਧਰਤੀ ਨਿਊਜ਼ੀਲੈਂਡ ਨੂੰ ਕਿਹਾ ਜਾਂਦਾ। ਔਰ 2 ਸਾਲ ਦੇ ਵਕਫੇ ਤੋਂ ਬਾਅਦ, 2 ਸਾਲ ਬਾਰਡਰ ਬੰਦ ਰੱਖਣ ਤੋਂ ਬਾਅਦ, ਕਿਉਂਕਿ ਸਭ ਤੋਂ ਵੱਧ ਬਾਰਡਰ ਬੰਦ ਜਿਹੜੇ ਰੱਖੇ ਸਮੇਂ ਤੋਂ ਨਿਊਜ਼ੀਲੈਂਡ ਨੇ ਰੱਖੇ। ਹਾਲੇ ਵੀ ਜਿਹੜੇ ਬਾਰਡਰਸ ਓਪਨ ਹੋਣੇ ਨੇ ਓਪਨਲੀ ਫॉर एवरीवन, ਉਹ ਅਕਤੂਬਰ 'ਚ ਹੋਣੇ ਨੇ। ਬਟ ਜੁਲਾਈ ਦੇ ਵਿੱਚ ਸਰਕਾਰ ਨੇ, ਗਵਰਨਮੈਂਟ ਨੇ ਕੁਝ ਲਿਮਟਿਡ ਕਾਲਜਸ ਨੂੰ 5000 ਬੱਚੇ ਬੁਲਾਉਣ ਦਾ ਇੱਕ ਪ੍ਰਪੋਜ਼ਲ ਦਿੱਤਾ ਕਿ ਪੂਰੇ ਦੁਨੀਆ ਭਰ ਤੋਂ ਕੇਵਲ 5000 ਸਟੂਡੈਂਟਸ ਹੋਣਗੇ। ਹੁਣ ਪਿਛਲੇ 5-7 ਸਾਲ 10 ਸਾਲ ਦੇ ਰਿਕਾਰਡ ਦੇਖ ਕੇ ਹਰ ਇੱਕ ਕਾਲਜ ਨੂੰ ਕੁਝ ਇੱਕ ਸੀਟਸ ਦਾ ਕੋਟਾ ਮਤਲਬ ਦਿੱਤਾ ਗਿਆ। ਕਿਸੇ ਕੋਲ 100 ਸੀਟਸ ਆ, ਕਿਸੇ ਕੋਲ 150, ਕਿਸੇ ਕੋਲ 50 ਸੀਟਸ ਨੇ। ਸੋ ਫਸਟ ਕਮ ਫਸਟ ਸਰਵ ਹੈ। ਡਿਪਲੋਮੇ 'ਚ 5.5 ਬੈਂਡ ਦੀ ਰਿਕੁਆਇਰਮੈਂਟ ਹੈ, ਡਿਗਰੀ 'ਚ 6 ਬੈਂਡ ਦੀ ਰਿਕੁਆਇਰਮੈਂਟ ਆ। ਬਟ ਮੈਂ ਰਿਕਮੈਂਡ ਕਰਾਂਗਾ 6 ਬੈਂਡ ਲੈ ਕੇ ਡਿਗਰੀ 'ਚ ਅਪਲਾਈ ਕੀਤਾ ਜਾਵੇ। RS ਗਲੋਬਲ ਨਿਊਜ਼ੀਲੈਂਡ ਦੀ ਗੱਲ ਤਾਂ ਕਰਦਾ ਕਿਉਂਕਿ ਸਾਡਾ ਸਕਸੈਸ ਬਹੁਤ ਵਧੀਆ ਰਿਹਾ 2019 ਤੱਕ। ਕੋਵਿਡ ਤੋਂ ਪਹਿਲਾਂ ਦੀ ਗੱਲ ਕਰਾਂ, ਉਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਹੁਣ RS ਗਲੋਬਲ ਦਾ ਇੱਕ ਐਕਸਕਲੂਸਿਵਲੀ ਐਗਰੀਮੈਂਟ ਹੋਇਆ ਗਵਰਨਮੈਂਟ ਕਾਲਜ ਦੇ ਨਾਲ ਨਿਊਜ਼ੀਲੈਂਡ ਦੇ, ਜਿਹਦੇ ਵਿੱਚ ਇੰਡੀਆ 'ਚ 6 ਮਹੀਨੇ ਬੱਚਾ ਪੜ੍ਹੇਗਾ। ਪਾਥਵੇ ਪ੍ਰੋਗਰਾਮ ਦੇ ਤਹਿਤ 2.5 ਸਾਲ ਜਾ ਕੇ ਬੱਚਾ ਨਿਊਜ਼ੀਲੈਂਡ ਪੜ੍ਹ ਸਕਦਾ। ਅਗਰ 1 ਸਾਲ ਬੱਚਾ ਇੰਡੀਆ 'ਚ ਪੜ੍ਹਦਾ ਤਾਂ ਉਹਦੀ ਪੜ੍ਹਾਈ ਦੀ ਫੀਸ 'ਚ 70% ਤੱਕ ਸਕਾਲਰਸ਼ਿਪ ਹੈ। ਔਨ ਐਨ ਐਵਰੇਜ ਬੇਸ ਤੇ ਧਿਆਨ ਨਾਲ ਸੁਣਿਓ, 18 ਤੋਂ 20 ਡਾਲਰ ਸਾਲ ਦੀ ਫੀਸ ਹੁੰਦੀ ਮੈਡਮ। 50 ਰੁਪਏ ਨਾਲ ਗੁਣਾ ਕਰਾਂ ਨਿਊਜ਼ੀਲੈਂਡ ਡਾਲਰ ਨੂੰ ਤਾਂ 9 ਤੋਂ 10 ਲੱਖ ਬਣਦੀ ਹੈ। ਤੇ ਜੇ ਬੱਚਾ ਉਹੀ 1 ਸਾਲ ਪੜ੍ਹਾਈ ਇੰਡੀਆ 'ਚ RS ਗਲੋਬਲ ਕੋਲ ਪੜ੍ਹਦਾ ਗਵਰਨਮੈਂਟ ਕਾਲਜ ਨਿਊਜ਼ੀਲੈਂਡ ਦੇ NZQ ਅਪਰੂਵਡ ਦੇ ਪੈਨਲ ਦੇ ਨਾਲ, ਤਾਂ ਫੀਸ ਕੇਵਲ 2,40,000 ਰੁਪਏ ਕਰਨੀ ਹੈ, ਲਗਭਗ 5200 ਡਾਲਰ ਪੇ ਕਰਨੀ ਹੈ। ਸੋ ਤੁਹਾਡਾ 7.5 ਲੱਖ ਇੱਕ ਤਾਂ ਫੀਸ 'ਚ ਬਚਾਅ ਹੁੰਦਾ। ਡਾਇਰੈਕਟਲੀ ਸੈਕੰਡ ਈਅਰ ਬੈਚਲਰ ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਬਟ ਮੈਨੂੰ ਪਤਾ ਸਾਲ ਪਰ ਪੜ੍ਹਨ ਦੀ ਕਿਸੇ ਕੋਲ ਵੇਟ ਕਰਨ ਦਾ ਨਹੀਂ ਸਬਰ ਹੁੰਦਾ। ਘੱਟੋ ਘੱਟ 6 ਮੰਥ ਤੁਸੀਂ ਇੰਡੀਆ ਸਾਡੇ ਕੋਲ ਪੜ੍ਹ ਕੇ ਡਾਇਰੈਕਟ ਅੱਗੇ 2.5 ਸਾਲ ਪੜ੍ਹਨ ਜਾ ਸਕਦੇ ਹੋ। ਇਹ ਤਾਂ ਇੱਕ ਆਪਸ਼ਨ ਹੈ। ਅਦਰਵਾਈਜ਼ ਜੇ ਤੁਹਾਡੇ ਬੱਚਿਆਂ ਕੋਲ ਆਲਰੇਡੀ ਪਹਿਲਾਂ 3 ਮੰਥਸ 올ਡ 18 ਲੱਖ ਰੁਪਏ ਅਕਾਊਂਟ 'ਚ ਪਿਆ, ਜੁਲਾਈ ਇਨਟੇਕ ਦੇ ਲਈ 6 ਬੈਂਡ ਦੇ ਨਾਲ ਡਾਇਰੈਕਟਲੀ ਬੈਚਲਰ ਡਿਗਰੀ, 5.5 ਬੈਂਡ ਓਵਰਆਲ 5 ਈਚ ਦੇ ਨਾਲ ਡਾਇਰੈਕਟਲੀ ਡਿਪਲੋਮਾ ਕਲਾਸ ਅਪਲਾਈ ਕੀਤਾ ਜਾ ਸਕਦਾ। ਬਟ ਇਹ ਵੀ ਉਮੀਦ ਕਰਦਾ ਕਿ 20 ਮਾਰਚ 25 ਮਾਰਚ ਤੋਂ ਪਹਿਲਾਂ ਸੀਟਸ ਕਲੋਜ਼ ਹੋ ਜਾਣਗੀਆਂ, ਕਿਉਂਕਿ ਲਿਮਟਿਡ ਸੀਟਸ ਹੈ। ਉਸ ਤੋਂ ਬਾਅਦ ਫਿਰ ਮੇਜਰ ਇਨਟੇਕ ਅਕਤੂਬਰ ਸ਼ੁਰੂ ਹੋਏਗਾ। ਫਿਲਹਾਲ ਜੁਲਾਈ ਇਨਟੇਕ ਦੇ ਅਗਰ ਕੋਈ ਅਪਲਾਈ ਕਰਨਾ ਚਾਹੁੰਦਾ, 5.5 ਬੈਂਡ ਨਾਲ ਡਿਪਲੋਮਾ, 6 ਬੈਂਡ ਨਾਲ ਡਿਗਰੀ, ਨਿਊਜ਼ੀਲੈਂਡ ਦੀ ਐਪਲੀਕੇਸ਼ਨ ਦਰਜ ਕੀਤੀ ਜਾ ਸਕਦੀ। ਜੀ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਰਿਧਿਮਾ ਗੱਲ ਕਰ ਰਹੀ ਹਾਂ ਮੋਗੇ ਤੋਂ। ਹਾਂਜੀ, ਕੀ ਸਵਾਲ ਹੈ? ਮੇਰੀ ਨਾ +2 ਹੈਗੀ ਆ, 2017 ਪਾਸ ਆਊਟ ਆ। ਮੈਂ ਆਰਟਸ ਕੀਤੀ ਆ, 56% ਆ ਮੇਰੀ। ਹਾਂਜੀ, ਜਰਮਨੀ ਜਾਣਾ ਆ। ਜਰਮਨੀ, ਓਕੇ। ਔਰ ਤੁਹਾਡਾ ਪਹਿਲਾਂ ਕੋਈ ਰਿਫਿਊਜ਼ਲ ਕਿਸੇ ਯੂਰਪ ਕੰਟਰੀ ਤੋਂ? ਨਹੀਂ ਸਰ, ਕੋਈ ਰਿਫਿਊਜ਼ਲ ਨਹੀਂ ਆ ਮੇਰੀ। 2017 ਤੁਸੀਂ ਗ੍ਰੈਜੂਏਸ਼ਨ ਕੀਤੀ ਕਿ +2 ਕੀਤੀ ਹੈ? +2 ਕੀਤੀ। ਓਕੇ, ਉਸ ਤੋਂ ਬਾਅਦ ਕੁਝ ਕੀਤਾ 4-5 ਸਾਲ 'ਚ? ਨਹੀਂ। +2 ਕੀਤੀ 2017 ਵਾਲੇ ਬੱਚੇ ਦਾ ਬਹੁਤਾ ਵਧੀਆ ਸਕਸੈਸ ਰੇਟ ਨਹੀਂ ਹੈ ਜਰਮਨੀ ਦਾ। ਮੈਨੂੰ ਲੱਗਦਾ ਸ਼ਾਇਦ ਮੈਂ ਪਹਿਲਾ ਕੰਸਲਟੈਂਟ ਹੋਊਗਾ ਜਿਹੜਾ ਟੀਵੀ ਤੇ ਓਪਨਲੀ ਮਨਾ ਕਰ ਦਿੰਦਾ। ਬਟ 2017 ਪੜ੍ਹੇ ਬੱਚੇ ਦਾ 12ਵੀਂ ਵਾਲੇ ਦਾ ਬਹੁਤਾ ਵਧੀਆ ਸਕਸੈਸ ਰੇਟ ਨਹੀਂ। ਇਹੋ ਅਗਰ ਗ੍ਰੈਜੂਏਸ਼ਨ ਕੀਤੀ ਹੁੰਦੀ ਤਾਂ ਮੈਂ ਕਹਿੰਦਾ ਜੀ 100% ਵੀਜ਼ਾ ਚਾਂਸ ਨੇ ਜਰਮਨੀ ਦੇ। +2 ਕੀਤੀ ਹੈ, 2 ਸਾਲ ਤੋਂ ਵੱਧ ਗੈਪ ਨਾ ਹੋਵੇ, ਯਾਨੀ ਕਿ 19, 20, 21 ਵਾਲਾ ਅਪਲਾਈ ਕਰ ਲੇ। ਜਿਹੜੇ ਨੰਬਰ 60% ਤੋਂ ਉੱਪਰ ਆ +2 ਚੋਂ ਵਿਦਆਊਟ ਆਇਲਸ ਡਾਇਰੈਕਟ ਜਰਮਨੀ 'ਚ ਅਪਲਾਈ ਕੀਤਾ ਜਾ ਸਕਦਾ। 100% ਸਕਸੈਸ ਰੇਟ ਮਿਲੇਗਾ ਦੇਖਣ ਨੂੰ। ਗ੍ਰੈਜੂਏਸ਼ਨ ਕੀਤੀ ਆ 5-7 ਸਾਲ ਦਾ ਗੈਪ, ਯਾਨੀ ਕਿ 2015 ਤੋਂ ਬਾਅਦ ਅਗਰ ਗ੍ਰੈਜੂਏਸ਼ਨ ਕੀਤੀ ਆ, ਜੌਬ ਦੇ ਪ੍ਰੂਫ ਤੁਹਾਡੇ ਕੋਲ ਹੈ, ਵਿਦਆਊਟ ਆਇਲਸ ਡਾਇਰੈਕਟਲੀ ਮਾਸਟਰਸ ਕੋਰਸ ਵਿੱਚ ਅਪਲਾਈ ਕੀਤਾ ਜਾ ਸਕਦਾ। ਜਰਮਨੀ ਇੱਕ ਉਹ ਕੰਟਰੀ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਦੂਜੇ ਨੰਬਰ ਤੇ ਆਉਂਦਾ ਹੈ। ਪਹਿਲੇ ਨੰਬਰ ਤੇ ਅਮਰੀਕਾ ਆਉਂਦਾ, ਤੁਹਾਨੂੰ ਹੈਰਾਨੀ ਹੋਏਗੀ ਹਰਜੋਤ, ਦੂਜੇ ਨੰਬਰ ਤੇ ਦੁਨੀਆ ਭਰ ਤੋਂ ਲੋਕ ਜਰਮਨੀ ਪੜਨ ਜਾਂਦੇ ਆ। ਪੰਜਾਬ ਦੇ ਵਿੱਚ ਲੱਗਦਾ ਖਰੇ ਕੈਨੇਡਾ ਸਭ ਤੋਂ ਵੱਧ ਲੋਕ ਜਾਂਦੇ ਨੇ, ਪਰ ਜੇ ਮੈਂ ਗਲੋਬਲੀ ਚੈੱਕ ਕਰਾਂ ਸਭ ਤੋਂ ਵੱਧ ਲੋਕ ਜਿਹੜੀ ਦੁਨੀਆ ਭਰ ਚੋਂ ਪੜਨ ਜਾਂਦੇ ਨੇ, ਦੈਟ ਇਜ਼ US ਨੰਬਰ 1, ਜਰਮਨੀ ਨੰਬਰ 2 ਤੇ ਆਉਂਦਾ। ਔਰ ਹਰ ਸਾਲ ਮਿਲੀਅਨ ਡਾਲਰ, ਮਿਲੀਅਨ ਯੂਰੋਜ਼ ਖਰਚ ਕਰਦਾ ਜਰਮਨੀ ਆਪਣੀ ਪੜ੍ਹਾਈ ਦੇ ਉੱਤੇ, ਆਪਣੇ ਜਿਹੜੇ ਨੇਟਿਵ ਆਪਣੇ ਲੋਕਾਂ ਨੂੰ ਐਜੂਕੇਟ ਕਰਨ ਦੇ, ਕਿਉਂਕਿ ਫ੍ਰੀ ਐਜੂਕੇਸ਼ਨ ਦਿੰਦਾ ਜਰਮਨੀ 'ਚ। ਕੋਈ ਪੜ੍ਹਾਈ ਦੀ ਫੀਸ ਪੇ ਨਹੀਂ ਕਰਨੀ ਤੁਸੀਂ ਅਗਰ ਉਹਨਾਂ ਦੀ ਨੇਟਿਵ ਲੈਂਗੁਏਜ ਪੜ੍ਹਾਈ ਕਰਦੇ ਹੋ। ਸੋ ਅਗਰ ਇੱਥੋਂ ਤੁਸੀਂ ਵਿਦਆਊਟ ਆਇਲਸ ਜਾਂਦੇ ਹੋ, ਤੁਹਾਡੇ ਕੋਲ 2 ਤਰ੍ਹਾਂ ਦੀ ਆਪਸ਼ਨ ਹੈ। ਇੱਕ ਤਾਂ ਅੰਗਰੇਜ਼ੀ ਮੀਡੀਅਮ 'ਚ ਡਾਇਰੈਕਟਲੀ ਬੈਚਲਰ ਮਾਸਟਰਸ ਪੜ੍ਹਨ ਜਾ ਸਕਦੇ ਹੋ, ਕੁਝ ਆਇਲਸ ਦੀ ਲੋੜ ਨਹੀਂ। ਤੁਸੀਂ ਫੀਸ ਪੇ ਕਰਨੀ ਆ 8,000 ਤੋਂ 10,000 ਯੂਰੋ ਦੇ ਬਰਾਬਰ। ਜੇ ਤੁਸੀਂ ਫ੍ਰੀ ਐਜੂਕੇਸ਼ਨ ਲੈਣੀ ਹੈ ਤਾਂ ਪਹਿਲੇ ਸਾਲ ਜਾ ਕੇ ਉੱਥੇ ਉਹਨਾਂ ਦਾ ਫਾਊਂਡੇਸ਼ਨ ਕੋਰਸ ਕਰਨਾ, ਜੋ ਕਿ 9 ਮਹੀਨੇ ਤੋਂ 12 ਮਹੀਨੇ ਦਾ ਹੁੰਦਾ। ਉਸ ਤੋਂ ਬਾਅਦ ਤੁਹਾਡੀ ਸਾਰੀ ਪੜ੍ਹਾਈ ਫ੍ਰੀ ਆ। ਈਵਨ ਕਿ ਮੰਨੋਗੇ ਅਸੀਂ ਬੱਚੇ MBBS ਪੜ੍ਹਾਈ ਕਰਨ, ਜਿਹਨੂੰ ਆਪਾਂ ਇੰਡੀਆ 'ਚ MBBS ਕਹਿੰਦੇ, ਉੱਥੇ ਖੈਰ 7 ਸਾਲ ਦੀ ਮਤਲਬ ਮੈਡੀਕਲ ਦੀ ਪੜ੍ਹਾਈ ਹੁੰਦੀ ਆ। ਅਸੀਂ ਉਹ ਵੀ ਬੱਚੇ ਪੜ੍ਹਨ ਭੇਜੇ ਆ। ਹੁਣ ਇੱਥੇ +2 ਕਰਕੇ
ਮੈਡੀਕਲ 'ਚ 90% ਵਾਲੇ ਬਥੇਰੇ ਬੱਚੇ ਜਿਹੜੇ PMT ਦਾ ਐਗਜ਼ਾਮ ਕਲੀਅਰ ਨਹੀਂ ਕਰ ਪਾਉਂਦੇ, ਨੀਟ ਦਾ ਐਗਜ਼ਾਮ ਕਲੀਅਰ ਨਹੀਂ ਕਰ ਪਾਉਂਦੇ। ਅਸੀਂ ਆਪਣੇ ਇਹੋ ਜਿਹੇ ਕਈ ਬੱਚੇ ਭੇਜੇ ਨੇ ਜਿਹੜੇ ਉੱਥੇ ਜਾ ਕੇ ਪੜ੍ਹਾਈ ਕਰਦੇ ਨੇ। ਬੱਚਾ 1 ਸਾਲ ਦਾ ਫਾਊਂਡੇਸ਼ਨ ਕੋਰਸ ਕਰਦਾ, ਜੇ ਕਿਸੇ ਨੇ ਇੰਡੀਆ 'ਚੋਂ ਪੜ੍ਹਾਈ ਕਰ ਲਈ A1 A2 B1 B2 ਇੰਡੀਆ 'ਚ ਆਪਾਂ ਪੜ੍ਹਾਉਂਦੇ ਆ। 1 ਸਾਲ ਬੱਚੇ ਇੱਥੋਂ 4 ਐਗਜ਼ਾਮ ਕਲੀਅਰ ਕਰਕੇ ਡਾਇਰੈਕਟਲੀ 7 ਸਾਲ ਦੀ ਐਜੂਕੇਸ਼ਨ ਕਰਨ ਜਾ ਸਕਦਾ, ਜਿਹੜੀ ਇੰਡੀਆ ਦੀ MBBS ਔਰ MD ਦੇ ਬਰਾਬਰ ਟੋਟਲ 7 ਸਾਲ ਦੀ ਪੜ੍ਹਾਈ ਹੈ। ਹਰਜੋਤ ਜੀ MBBS ਕਰਨ ਵਿੱਚ ਜਾਂ MD ਕਰਨ 'ਚ ਤਕਰੀਬਨ 1.5 ਤੋਂ 2 ਕਰੋੜ ਰੁਪਏ ਲੱਗਦਾ। ਆ ਦੇਖੋ ਹੁਣ ਕਿੰਨੇ ਹਜ਼ਾਰਾਂ ਬੱਚੇ ਯੂਕਰੇਨ 'ਚ ਫਸੇ ਸੀ ਜਿਹੜੇ ਇੰਡੀਆ 'ਚ ਮੈਡੀਕਲ ਦੀ ਸੀਟ ਨਹੀਂ ਲੈ ਪਾਏ, ਵਿਚਾਰੇ ਉੱਥੇ ਸਸਤੀ ਪੜ੍ਹਾਈ ਕਰਨ ਜਾਂਦੇ ਆ। ਜਰਮਨੀ ਪੜ੍ਹਾਈ ਫ੍ਰੀ ਕਰਾਉਂਦਾ ਹੈ, ਉੱਥੇ ਤਾਂ ਕੋਈ ਜੰਗ ਦਾ ਵੀ ਖਤਰਾ ਨਹੀਂ। ਸੋ ਜਰਮਨ ਪੜ੍ਹਨ ਜਾਓ, ਬਟ ਲੈਣੇ ਕਰੀਮ ਸਟੂਡੈਂਟ ਹੈ। ਉੱਥੇ 60-70% ਵਾਲਾ ਬੱਚਾ ਨਹੀਂ। ਜੇ ਤੁਹਾਡੇ 80% ਅਬਵ ਨੰਬਰ ਆ, ਤੁਹਾਡੀ ਐਪਲੀਕੇਸ਼ਨ ਅਸੈਸ ਕੀਤੀ ਜਾਏਗੀ। ਅਗਰ ਸੀਟ ਮਿਲਦੀ ਹੈ, ਤੁਹਾਡੀ ਟੋਟਲ ਪੜ੍ਹਾਈ 7 ਸਾਲ ਦੀ ਫ੍ਰੀ ਹੈ, ਤੁਸੀਂ ਇੱਕ ਸਿੰਗਲ ਪੈਨੀ ਤੱਕ ਨਹੀਂ ਖਰਚਣੀ। ਸੋ ਇਦਾਂ ਦੀ ਅਗਰ ਆਪਸ਼ਨ ਵੇਲ ਕਰਨਾ ਚਾਹੁੰਦੇ, ਮੈਨੂੰ ਲੱਗਦਾ ਨਹੀਂ ਕਦੀ ਕਿਸੇ ਮੰਚ ਦੇ ਕਿਸੇ ਕੰਸਲਟੈਂਟ ਨੇ ਬੋਲੀ, ਕਿਉਂਕਿ ਫੀਸ ਨਹੀਂ ਜਾਣੀ, ਕਮਿਸ਼ਨ ਨਹੀਂ ਹੋਣਾ, ਏਜੰਟ ਨੂੰ ਪੈਸਾ ਨਹੀਂ ਮਿਲਣਾ। ਸੋ ਇਦਾਂ ਦੀ ਆਪਸ਼ਨ ਨੂੰ ਅਗਰ ਵੇਲ ਕਰਨਾ ਚਾਹੁੰਦੇ ਹੋ, ਤੁਸੀਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪ, ਜਰਮਨੀ 'ਚ ਕਿਸੇ ਕੰਟਰੀ 'ਚ ਪੜ੍ਹਾਈ ਦੀ ਸਲਾਹ ਲੈਣਾ ਚਾਹੁੰਦੇ ਹੋ, ਵੀਜ਼ਾ ਆਪਣੇ ਆਪ ਲੱਗ ਜਾਏਗਾ। ਅਗਰ ਸਲਾਹ ਚੰਗੀ ਮਿਲੇਗੀ ਦੋਸਤੋ, ਵੀਜ਼ਾ ਆਪਣੇ ਪਹੁੰਚਣਾ। ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ 'ਚ ਕਿਹਾ ਸੀ, ਮੈਂ ਵੀਜ਼ਾ ਐਕਸਪਰਟ ਨਹੀਂ ਹਾਂ, ਮੈਂ ਵੀਜ਼ੇ ਨਹੀਂ ਬਣਦਾ। ਨੌਲੇਜ ਦੇਣ 'ਚ, ਤਜਰਬੇ ਵਿੱਚ ਔਰ ਤੁਹਾਨੂੰ ਗਾਈਡ ਕਰਨ 'ਚ, ਕਾਉਂਸਲਿੰਗ ਦੇਣ 'ਚ ਮੇ ਵੀ ਸ਼ਾਇਦ ਐਕਸਪਰਟ ਮੈਂ ਹੋ ਚੁੱਕਾ ਹਾਂ। ਅਗਰ ਉਹ ਸਲਾਹ ਤੁਹਾਡੇ ਕੰਮ ਆਉਂਦੀ ਹੈ, ਤੁਹਾਡੀ ਮੇਰੀ ਸਲਾਹ ਤੁਹਾਡੇ ਡਾਕੂਮੈਂਟ ਇਜ਼ ਇਕੁਅਲ ਟੂ ਵੀਜ਼ਾ, ਆਪਣੇ ਆਪ ਲੱਗ ਜਾਏਗਾ। ਪਰ ਜੇ ਸਲਾਹ ਮਾੜੀ ਹੈ ਤਾਂ ਫਿਰ ਵੀਜ਼ਾ ਕਿਸੇ ਵੀ ਕੋਲੋਂ ਨਹੀਂ ਹੋਣਾ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਵਾਕਈ ਇੱਕ ਅਜਿਹੀ ਆਪਸ਼ਨ ਹੈ ਜਿਸ ਵਿੱਚ ਸਟੂਡੈਂਟਸ ਦਾ ਬਹੁਤ ਜ਼ਿਆਦਾ ਫਾਇਦਾ ਹੀ ਫਾਇਦਾ। ਤੇ ਪਰ ਮੈਂ ਥੋੜਾ ਜਿਹਾ ਇੱਥੇ ਚਾਹੂੰਗੀ ਕਿ ਜੋ ਇੱਕ ਪ੍ਰੋਫਾਈਲ ਸੀ ਕਿ +2 ਹੈ, 17 ਵਿੱਚ ਇਹਨਾਂ ਨੇ +2 ਕੀਤੀ ਹੈ, ਆਰਟ ਸਟੂਡੈਂਟ ਹੈ, ਜਰਮਨੀ ਤਾਂ ਚਲੋ ਨਹੀਂ ਜਾ ਸਕਦੇ, ਤੇ ਇਹਨਾਂ ਦਾ ਕਿੱਥੇ ਵੀਜ਼ਾ ਲੱਗ ਸਕਦਾ ਹੈ? 2017 ਤੋਂ ਬਾਅਦ ਗੈਪ ਕਿਸੇ ਵੀ ਕੰਟਰੀ ਨੇ ਲੈਣਾ। ਹਾਂ, ਤੁਸੀਂ ਯੂਰਪ ਦੀਆਂ ਛੋਟੀਆਂ ਕੰਟਰੀ ਜਿਵੇਂ ਮੈਂ ਮਾਲਟਾ ਕਹਿ ਲਾਂ, ਇਟਲੀ ਕਹਿ ਲਾਂ, ਇਹਨਾਂ 'ਚ ਟਰਾਈ ਕਰ ਸਕਦੇ ਹੋ, ਕਿਉਂਕਿ 5 ਸਾਲ ਦਾ ਗੈਪ ਅੱਜ ਕਿਸੇ ਕੰਟਰੀ 'ਚ ਨਹੀਂ ਹੁੰਦਾ। ਇੱਦਾਂ ਦੇ ਸਟੂਡੈਂਟ ਜੇ 5 ਤੋਂ 10 ਸਾਲ ਦਾ ਗੈਪ ਹੈ ਤਾਂ ਛੋਟੀ ਕੰਟਰੀ ਤੋਂ ਇੱਕ ਚੰਗੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਸਿੰਗਾਪੁਰ ਪੜ੍ਹਨ ਜਾਓ, ਲੋਕ ਕਹਿੰਦੇ ਸਿੰਗਾਪੁਰ ਪੜ੍ਹ ਕੇ ਬੱਚੇ ਵਾਪਸ ਆਉਂਦੇ ਆ। ਮੈਂ ਤਕਰੀਬਨ ਤੁਹਾਨੂੰ ਇਹੋ ਜਿਹੇ 50 ਬੱਚਿਆਂ ਦੇ ਕੰਟੈਕਟ ਨੰਬਰ ਉਹਨੇ ਮਾਂ ਪਿਓ ਦੇ ਦਾਂਗਾ ਜਿਹੜੇ ਸਿੰਗਾਪੁਰ ਕੇ UK ਡਿਗਰੀ ਕੰਪਲੀਟ ਕਰ ਚੁੱਕੇ ਆ। ਸਿੰਗਾਪੁਰ 1 ਸਾਲ ਪੜ੍ਹ ਕੇ ਆਸਟ੍ਰੇਲੀਆ ਆਪਣੀ ਡਿਗਰੀ ਕੰਪਲੀਟ ਕਰ ਚੁੱਕੇ ਆ, ਉਹੀ ਕਰ ਚੁੱਕੇ ਨੇ। ਜੇ ਮੈਂ ਮੰਨ ਲਓ 100 ਬੱਚਾ ਸਿੰਗਾਪੁਰ ਭੇਜਿਆ, ਉਹ ਚੋਂ ਅੱਜ ਵਿੱਚੋਂ 30 ਜਾਂ 35 ਬੱਚੇ ਆਸਟ੍ਰੇਲੀਆ ਜਾਂ UK ਜਾਂ ਕੈਨੇਡਾ ਪਹੁੰਚੇ ਹੋਣਗੇ, ਕਿਉਂਕਿ ਉਹਨਾਂ ਦਾ ਵਿਜ਼ਨ ਕਲੀਅਰ ਸੀਗਾ, ਮੋਟਿਵ ਕਲੀਅਰ ਸੀਗਾ। ਬਾਕੀ 60-70 ਬੱਚੇ ਸਿੰਗਾਪੁਰ ਤੋਂ ਵਾਪਸ ਵੀ ਆਏ ਹੋਣਗੇ, ਮੇਰੇ ਕੋਲੋਂ ਭੇਜੇ, ਮੈਂ ਇਹ 'ਚ ਕੋਈ ਦੋ ਰਾਏ ਨਹੀਂ ਗੀ। ਬਟ ਜਿਹੜੇ 30-35 ਬੱਚੇ ਉਹਨਾਂ ਮੁਲਕਾਂ 'ਚ ਗਏ ਨੇ, ਉਹ ਵੀ ਤਾਂ ਕਿਸੇ ਮਾਂ ਦੇ ਪੁੱਤ ਸੀਗੇ, ਉਹਨਾਂ ਨੂੰ ਵੀ ਰੱਬ ਨੇ ਉਹੀ ਦਿਮਾਗ ਦਿੱਤਾ ਸੀ, ਪਰ ਉਹਨਾਂ ਦਾ ਵਿਜ਼ਨ ਕਲੀਅਰ ਸੀ। ਮੈਂ ਗੱਲ ਦਿਮਾਗ 'ਚ ਤੁਹਾਨੂੰ ਸਮਝਾ ਦਿਆਂ, ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ। ਕਿਸੇ ਕੰਸਲਟੈਂਟ ਦੇ ਹੱਥ ਵਸ ਨਹੀਂ ਹੈ ਤੁਹਾਨੂੰ ਸਿੰਗਾਪੁਰ ਤੋਂ ਪਾਥਵੇ ਦਿਵਾਉਣਾ, ਤੁਹਾਡੇ ਆਪਣੇ ਵਿਜ਼ਨ ਦੇ ਹੱਥ 'ਚ ਹੈ। ਅੱਜ ਸਿੰਗਾਪੁਰ 'ਚ ਕਿਸੇ ਚੰਗੇ ਕਾਲਜ ਤੋਂ ਤੁਸੀਂ ਡਿਪਲੋਮਾ ਇਨ ਹਸਪੀਟੈਲਿਟੀ ਕਰਦੇ ਹੋ, ਡਿਗਰੀ ਕਰਨ UK ਜਾ ਸਕਦੇ ਹੋ ਸੈਕੰਡ ਈਅਰ ਦੇ ਵਿੱਚ। ਤੁਸੀਂ ਅੱਜ ਟਰੈਵਲ ਟੂਰਿਜ਼ਮ ਦਾ ਮੈਨੇਜਮੈਂਟ ਦਾ ਡਿਪਲੋਮਾ ਸਿੰਗਾਪੁਰ 'ਚ ਕਰ ਸਕਦੇ ਹੋ, ਡਾਇਰੈਕਟਲੀ ਸੈਕੰਡ ਈਅਰ ਜੇਮਸ ਕੁੱਕ ਯੂਨੀਵਰਸਿਟੀ ਆਸਟ੍ਰੇਲੀਆ ਪੜ੍ਹਨ ਜਾ ਸਕਦੇ ਹੋ। ਬਟ ਉਹਨਾਂ ਦੇ ਪੈਰਾਮੀਟਰਸ, ਉਹਨਾਂ ਦੇ ਮਾਪਦੰਡ ਪੂਰੇ ਕਰਨੇ ਪੈਂਦੇ ਨੇ। ਕਿਵੇਂ ਸਿੰਗਾਪੁਰ ਤੋਂ ਆਸਟ੍ਰੇਲੀਆ ਜਾਂ UK ਜਾਂ ਕੈਨੇਡਾ ਜਾਇਆ ਜਾ ਸਕਦਾ, ਡਿਟੇਲ 'ਚ ਸਲਾਹ ਲੈਣ ਲਈ, ਕਾਉਂਸਲਿੰਗ ਲੈਣ ਲਈ ਸਾਡੇ ਦਫ਼ਤਰਾਂ ਵਿਜ਼ਿਟ ਜ਼ਰੂਰ ਕਰੋ। ਇੱਕ ਪੇਪਰ ਤੇ ਲਿਖ ਕੇ ਸਮਝਾ ਦੂੰਗਾ, ਉਸ ਤੋਂ ਬਾਅਦ ਪ੍ਰੋਪਰ ਵੈਬਸਾਈਟ ਤੇ ਜਾ ਕੇ ਰਿਸਰਚ ਕਰੋ, 15 ਦਿਨ 20 ਦਿਨ ਲਾਓ, ਹੋਰ 10-15 ਕੰਸਲਟੈਂਟ ਦਫ਼ਤਰ ਜਾਓ, ਆਨਲਾਈਨ ਇਨਕੁਆਇਰੀ ਲਓ, ਫਿਰ ਫੈਸਲਾ ਲੈ ਕੇ ਸਿੰਗਾਪੁਰ ਤੋਂ ਪਾਥਵੇ ਲਿਆ ਜਾ ਸਕਦਾ ਜਿਨ੍ਹਾਂ ਬੱਚਿਆਂ ਨੇ ਪੜ੍ਹਾਈ 'ਚ 5 ਤੋਂ 10 ਸਾਲ ਦਾ ਗੈਪ। ਜੀ ਬਿਲकुल। सो लगातार जो है नंबर भी डिस्प्ले हो रहे हैं, इस पर कॉल करके और जानकारी जरूर ले सकते हो। मोहाली, जलंधर ਅਤੇ ਅੰਮ੍ਰਿਤਸਰ ਵਿੱਚ RSS ਗਲੋਬਲ ਇਮੀਗ੍ਰੇਸ਼ਨ ਦੇ ਜੋ ਆਫਿਸ ਹੈ, ਬ੍ਰਾਂਚਿਸ ਹੈ, ਤੁਸੀਂ ਇੱਥੇ ਪਹੁੰਚ ਕੇ ਜ਼ਰੂਰ ਸਲਾਹ ਲਓ। ਇੱਕ ਆਸਟ੍ਰੇਲੀਆ ਦਾ ਪੁਆਇੰਟ ਜ਼ਰੂਰ ਰਹਿ ਗਿਆ, ਮੈਂ ਜ਼ਰੂਰ ਚਾਹੂੰਗੀ ਕਿ ਉਹ ਵੀ ਥੋੜਾ ਜਿਹਾ ਘੱਟ ਟਾਈਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਉਹਨਾਂ ਤੱਕ ਪਹੁੰਚਾਈਏ। 15 ਦਸੰਬਰ ਨੂੰ ਬਾਰਡਰ ਓਪਨ ਹੋ ਗਏ ਸੀ, ਬਥੇਰੇ ਲੋਕਾਂ ਨੇ ਲਾਤਾ ਜੀ, ਲੰਗਰ ਲਾਤੇ, ਦਰਵਾਜ਼ੇ ਖੋਲਤੇ, ਆਹ ਕਰਤਾ ਉਹ ਕਰਤਾ, ਕੁਝ ਵੀ ਨਹੀਂ ਹੋਇਆ, ਕਿਉਂਕਿ ਆਸਟ੍ਰੇਲੀਆ ਨੇ ਕਦੀ ਆਪਣੀ ਐਜੂਕੇਸ਼ਨ ਪਾਲਿਸੀ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਅੱਜ 12ਵੀਂ ਪਾਸ ਬੱਚਾ ਕੇਵਲ 2020-2021 ਪੜ੍ਹਿਆ ਜਾ ਸਕਦਾ। ਓਵਰਆਲ 65% ਨੰਬਰ, IELTS 6 ਬੈਂਡ। ਗ੍ਰੈਜੂਏਸ਼ਨ ਕੀਤੀ ਹੈ 2019-21 ਚ ਜਾਂ ਪਹਿਲਾਂ ਕੀਤੀ, ਜੌਬ ਦੇ ਪ੍ਰੂਫ ਹੈ, 6.5 ਬੈਂਡ 6 ਚ ਨਾ ਜਾਇਆ ਜਾ ਸਕਦਾ। ਨਾ ਤਾਂ ਤੁਹਾਡੇ IELTS ਬੈਂਡ ਨਾਲ ਕੰਪਰੋਮਾਈਜ਼ ਹੋਣਾ, ਨਾ ਤੁਹਾਡੇ ਅਕੈਡਮਿਕ ਸਕੋਰ ਨਾਲ ਕੰਪਰੋਮਾਈਜ਼ ਹੋਣਾ। ਇੱਕ YouTube ਤੇ ਵੀਡੀਓ ਪਾਈ ਮੈਂ, ਅੱਜ ਅਪਲੋਡ ਹੋ ਜਾਣੀ ਹੈ। 5 ਮੇਜਰ ਪੁਆਇੰਟ ਦੱਸੇ ਆ ਜੋ ਤੁਹਾਨੂੰ ਆਸਟ੍ਰੇਲੀਆ ਵੀਜ਼ਾ ਲਵਾਉਣ ਵਿੱਚ ਜਾਂ ਰਿਫਿਊਜ਼ਲ ਕਰਾਉਣ ਚ ਮਦਦ ਕਰ ਸਕਦੇ ਜਾਂ ਹੈਲਪ ਕਰ ਸਕਦੇ ਆ। ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ YouTube ਤੇ, ਕਿਹੜੇ 5 ਪੁਆਇੰਟਸ ਨੇ, ਸਮਝ ਲੱਗ ਜਾਏਗਾ ਆਪਣੇ ਬੈਠ ਕੇ ਕਿ ਮੈਂ ਆਸਟ੍ਰੇਲੀਆ ਕਿਵੇਂ ਜਾ ਸਕਦਾ। ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਰੀ ਜਾਣਕਾਰੀ, ਕਈ ਅੱਛੀ ਆਪਸ਼ਨਸ ਜਿਸ ਦੇ ਨਾਲ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਬੈਨੀਫਿਟਸ ਹੋ ਸਕਦੇ ਨੇ। ਸੋ ਤੁਸੀਂ ਵੀ ਉਮੀਦ ਕਰਦੇ ਹਾਂ ਜੋ ਵੀ ਸ਼ੋਅ ਦੇ ਵਿੱਚ ਅਸੀਂ ਡਿਸਕਸ਼ਨ ਕਰਦੇ ਹਾਂ, ਜੋ ਚਰਚਾ ਕਰਦੇ ਹਾਂ, ਤੁਸੀਂ ਸਾਰੀ ਡਿਸਕਸ਼ਨ ਦਾ, ਜਾਣਕਾਰੀ ਦਾ ਫਾਇਦਾ ਜ਼ਰੂਰ ਚੱਕਦੇ ਹੋ ਕਿ ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਹੀ ਅੱਗੇ ਵਧਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਚੰਗਾ ਕੰਸਲਟੈਂਟ ਤੁਹਾਡੀ ਪ੍ਰੋਫਾਈਲ ਦੇ ਇੱਕ ਪਹਿਲੂ ਨੂੰ ਸਮਝਦੇ ਹੋਏ ਤੁਹਾਨੂੰ ਇੱਕ ਬੈਸਟ ਆਪਸ਼ਨ ਦੇ ਸਕਦੇ ਨੇ। ਤੇ ਅੱਜ ਅਸੀਂ ਸੁਖਚੈਨ ਸਿੰਘ ਰਾਹੀ ਜੀ ਨੂੰ ਇਸੇ ਕਰਕੇ ਬੁਲਾਇਆ ਸੀ ਕਿ ਤੁਹਾਨੂੰ ਅੱਛੀ ਤੋਂ ਅੱਛੀ ਆਪਸ਼ਨ ਦੱਸ ਸਕੀਏ, ਕਿਉਂਕਿ ਆਸਟ੍ਰੇਲੀਆ, ਕੈਨੇਡਾ, USA ਤੋਂ ਹਟ ਕੇ ਵੀ ਢੇਰ ਸਾਰੀਆਂ ਆਪਸ਼ਨਸ ਨੇ। ਅੱਜ ਉਹਨਾਂ ਉੱਪਰ ਚਰਚਾ ਕੀਤੀ ਸੀ ਆਪਾਂ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸ਼ੋਅ ਦਾ ਹਿੱਸਾ ਬਣੇ ਤੁਸੀਂ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੇ ਵੀ ਦੇ ਇਜਾਜ਼ਤ। ਧੰਨਵਾਦ।